ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਭਗਤ ਰਵਿਦਾਸ ਜੀ ਉਹਨਾਂ 15 ਭਗਤਾਂ ਵਿੱਚੋਂ ਹਨ ਜਿਨ੍ਹਾਂ ਦੀ ਰਚਨਾ ਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਪਰਉਪਕਾਰ ਕੀਤਾ ਔਰ ਇਹਨਾਂ ਭਗਤਾਂ ਨੂੰ ਗੁਰੂ ਪਾਤਸ਼ਾਹ ਦੀ ਨਜ਼ਰ ਵਿੱਚ ਕਬੂਲ ਹੋਏ। ਔਰ ਇਹਨਾਂ 15 ਭਗਤਾਂ ਵਿੱਚੋਂ ਭਗਤ ਰਵਿਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਰੋਜ਼ ਨਮਸਕਾਰ ਕਰਦੇ ਹਾਂ, ਜਿੱਥੋਂ ਜੀਵਨ ਦੀ ਸੇਧ ਲੈਂਦੇ ਹਾਂ। ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ ਕੁੱਲ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹਨ ਔਰ ਜੀਵਨ ਦੀ ਵਿਚਾਰਧਾਰਾ, ਜੀਵਨ ਦੀ ਆਰੰਭਤਾ ਤੋਂ ਲੈ ਕੇ ਜੀਵਨ ਦੀ ਖਾਤਮੇ ਤੱਕ ਹਰ ਕਿਸਮ ਦੀ ਵਿਚਾਰਧਾਰਾ ਭਗਤ ਰਵਿਦਾਸ ਜੀ ਨੇ ਇਹਨਾਂ ਸ਼ਬਦਾਂ ਰਾਹੀਂ ਸਾਡੀ ਝੋਲੀ ਵਿੱਚ ਪਾਈ ਹੈ। ਤੇ ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਫਿਰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਭਗਤ ਜੀ ਦੇ ਜੀਵਨ ਤੇ ਵਿਚਾਰਧਾਰਾ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਸਾਡੇ ਨਾਲ ਇਹ ਵਿਚਾਰਾਂ ਕਰ ਰਹੇ ਹਨ ਸਰਦਾਰ ਮਨਮੋਹਨ ਸਿੰਘ ਜੀ ਪੁੰਛ ਤੋਂ, ਜੰਮੂ ਕਸ਼ਮੀਰ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਵਿਸ਼ੇ ਨੂੰ ਸ਼ੁਰੂ ਕਰਨ। ਸਰਦਾਰ ਮਨਮੋਹਨ ਸਿੰਘ ਜੀ ਪੁੰਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰ ਸਮੂਹ ਗੁਰਮੁਖ ਪਿਆਰਿਓ, ਆਪ ਜੀ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿਵੇਂ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਨੇ ਮੈਨੂੰ ਹੁਕਮ ਕੀਤਾ ਹੈ ਕਿ ਅੱਜ ਦਾ ਵਿਸ਼ਾ ਭਗਤ ਰਵਿਦਾਸ ਜੀ ਦਾ ਜੀਵਨ ਅਤੇ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ। ਕੋਸ਼ਿਸ਼ ਕਰਾਂਗਾ ਦਿੱਤੇ ਸਮੇਂ ਦੇ ਅੰਦਰ ਇਸ ਵਿਸ਼ੇ ਦੇ ਨਾਲ ਮੈਂ ਇਨਸਾਫ ਕਰਨ ਵਿੱਚ ਕਾਮਯਾਬ ਹੋ ਜਾਵਾਂ, ਕਿਉਂਕਿ ਜਦੋਂ ਅਸੀਂ ਕਿਸੇ ਮਹਾਂਪੁਰਖ ਦੇ ਜੀਵਨ ਦੇ ਬਾਰੇ 'ਚ ਵਿਚਾਰ ਕਰਨੀ ਹੋਵੇ ਜਾਂ ਉਹਨਾਂ ਦਾ ਜੋ ਫਲਸਫਾ, ਜੋ ਉਹਨਾਂ ਦੇ ਸਿਧਾਂਤ ਸੰਸਾਰ ਨੂੰ ਦਿੱਤੇ ਗਏ ਜਿਨ੍ਹਾਂ ਕਾਰਨ ਉਹ ਮਹਾਨ ਬਣਦੇ ਹਨ, ਤਾਂ ਫਿਰ ਬਹੁਤੇ ਸਮੇਂ ਦੀ ਲੋੜ ਹੋਇਆ ਕਰਦੀ ਹੈ। ਅਸਲ ਵਿੱਚ ਭਗਤ ਜੀ, ਜਿਹੜਾ ਭਗਤ ਸ਼ਬਦ ਹੈ, ਇਸ ਨੂੰ ਭਾਰਤ ਵਰਸ਼ ਦੇ ਲੋਕਾਂ ਨੇ ਕਿਸੇ ਮੈਲੇ ਕੁਚੈਲੇ ਕੱਪੜਿਆਂ ਵਾਲੇ, ਮੰਗ ਖਾਨੇ, ਘਰ ਘਰ ਭਟਕਣ ਵਾਲੇ ਨੂੰ ਆਮ ਕਰਕੇ ਭਗਤ ਮੰਨਿਆ। ਪਰ ਗੁਰਮਤਿ ਦੇ ਫਲਸਫੇ ਵਿੱਚ ਜਾਂ ਭਗਤਾਂ ਦੇ ਸੋਚ ਮੁਤਾਬਕ ਇਹ ਅੱਖਰ ਜੋ ਹੈ ਬਹੁਤ ਮਹਾਨ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ, ਸ਼ਬਦੋਂ ਹੀ ਭਗਤ ਜਪਦੇ, ਜਿਨ ਕੀ ਬਾਣੀ ਸੱਚੀ ਹੋਏ, ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਜਿਨ੍ਹਾਂ ਦੇ ਅੰਦਰੋਂ ਹਉਮੈ ਮਿਟ ਜਾਵੇ, ਜਿਨ੍ਹਾਂ ਦੇ ਵਿਚਾਰਾਂ ਦੇ ਅੰਦਰ ਪ੍ਰਮਾਤਮਾ ਦੀ ਸੋਚ ਹੋਵੇ, ਪ੍ਰਮਾਤਮਾ ਦੀ ਗੱਲ ਹੋਵੇ ਸੋਚ ਦੇ ਅੰਦਰ, ਜਿਨ੍ਹਾਂ ਦੀ ਬਾਣੀ ਦੇ ਅੰਦਰ, ਬੋਲੀ ਦੇ ਅੰਦਰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਹੀ ਗੱਲ ਹੋਵੇ, ਜਿਹੜੇ ਨਾਉ ਨੂੰ ਮੰਨਣ ਵਾਲੇ ਹੋਣ, ਸੱਚ ਨਾਲ ਮਿਲੇ ਹੋਣ, ਉਹੀਓ ਭਗਤ ਹੁੰਦੇ ਹਨ। ਉਹਨਾਂ ਦੀ ਚਾਲ ਸੰਸਾਰ ਦੇ ਅੰਦਰ ਦੁਨਿਆਵੀ ਚਾਲ ਦੇ ਨਾਲੋਂ ਵੱਖਰੀ ਹੁੰਦੀ ਹੈ। ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਅੱਜ ਦੇ ਭਗਤਾਂ ਦੀ ਤਰ੍ਹਾਂ ਸੁਖੈਨ ਜੀਵਨ ਜਿਉਣ ਵਾਲੇ ਨਹੀਂ ਹੁੰਦੇ, ਆਪਣੀ ਪੂਜਾ ਕਰਾਉਣ ਵਾਲੇ ਨਹੀਂ ਹੁੰਦੇ, ਧਨ ਦੌਲਤ ਦੇ ਲਗੇ ਹੋਏ ਅੰਬਾਰਾਂ ਵਾਲੇ ਨਹੀਂ ਹੁੰਦੇ, ਸਗੋਂ ਉਹਨਾਂ ਦਾ ਜੀਵਨ ਬੜਾ ਔਖਾ ਹੋਇਆ ਕਰਦਾ ਹੈ। ਉਹਨਾਂ ਨੂੰ ਕਈ ਕਿਸਮ ਦੇ ਵਿਰੋਧ ਸਹਾਰਨੇ ਪੈਂਦੇ ਹਨ, ਸਰੀਰਕ ਯਾਤਨਾਵਾਂ ਤੇ ਕਸ਼ਟ ਦਿੱਤੇ ਜਾਂਦੇ ਹਨ, ਕਈ ਵਾਰ ਸਰੀਰਕ ਤੌਰ ਦੇ ਉੱਤੇ ਮਾਰਨ ਦੇ ਯਤਨ ਕੀਤੇ ਜਾਂਦੇ ਹਨ, ਮਾਰ ਦਿੱਤੇ ਜਾਂਦੇ ਹਨ, ਜਾਂ ਫਿਰ ਉਹਨਾਂ ਨੂੰ ਸੰਸਾਰ ਦੇ ਅੰਦਰ
ਜਿਤਨਾ ਕਿਸੇ ਜ਼ਾਲਮ ਤੋਂ ਜ਼ੁਲਮ ਹੋ ਸਕਦਾ ਹੈ ਉਹਨਾਂ ਦੇ ਉੱਤੇ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਦਇਆ ਦਿਲ ਰਾਖੈ ਸਭ ਹੀ ਸੋ ਮਿਰਦ ਭਾਖੈ ਨਿਤ ਕਾਮ ਕ੍ਰੋਧ ਲੋਭ ਮੋਹ ਹਉਮੈ ਕੋ ਦਬਾਵੈ ਜੋ ਕਾਹੂ ਮੈਂ ਨਾ ਤੁਖੈ ਸਭ ਹੀ ਮੈਂ ਏਕ ਬ੍ਰਹਮ ਦੇਖੈ ਲਗ ਲੇਖੈ ਆਪ ਕਰ ਨੇਮ ਤਨ ਭਾਵੈ ਜੋ देवी दत्त जाने एक ही हर ही को मीत और जगत की रीत में ना प्रीत दर्शावे जो दुखत है आप दुख और को मिटावे ऐसो शांत पद पावे तब भगत कहावे जो भगत कहाना बड़ा मुश्किल है। ਜਦੋਂ ਅਸੀਂ ਭਗਤਾਂ ਦੀ ਗੱਲ ਕਰਦੇ ਹਾਂ, ਭਗਤ ਰਵਿਦਾਸ ਜੀ ਦੀ ਗੱਲ ਕਰੀਏ, ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡਾ ਪਰਉਪਕਾਰ ਉਹਨਾਂ ਲੋਕਾਂ ਦੇ ਉੱਤੇ ਕੀਤਾ ਜਿਹੜੇ ਸੰਸਾਰ ਦੇ ਅੰਦਰ ਦੱਬੇ ਅਤੇ ਕੁਚਲੇ ਹੋਏ ਸਨ, ਲਤਾੜੇ ਹੋਏ ਸਨ, ਜਿਨ੍ਹਾਂ ਨੂੰ ਨੀਚ ਨੀਚ ਕਰਕੇ ਭੰਡਿਆ ਗਿਆ ਅਤੇ ਸਮੇਂ ਦੇ ਜੋ ਉੱਚ ਜਾਤੀਏ ਸਨ ਉਹਨਾਂ ਨੇ ਭਜਨ ਬੰਦਗੀ ਧਰਮ ਦੀ ਵਿਦਿਆ ਕੇਵਲ ਆਪਣੇ ਹੱਥ ਵਿੱਚ ਰੱਖੀ, ਆਪਣਾ ਹੀ ਉਹਦੇ ਉੱਤੇ ਅਧਿਕਾਰ ਦੱਸਿਆ। ਪਰ ਗੁਰੂ ਪਾਤਸ਼ਾਹਾਂ ਨੇ ਉਹਨਾਂ ਮਹਾਨ ਨਿਰਮਲ ਆਤਮਾਵਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੀ ਬਾਣੀ ਦਰਜ ਕਰਕੇ ਸਦੀਵੀ ਤੌਰ ਦੇ ਉੱਤੇ ਅਮਰ ਕਰ ਦਿੱਤਾ। ਸਦੀਵੀ ਤੌਰ ਦੇ ਉੱਤੇ ਅੱਜ ਉਹਨਾਂ ਦੀ ਹਰ ਥਾਂ ਦੇ ਉੱਤੇ ਗੱਲ ਚੱਲ ਰਹੀ ਹੈ। ਅੱਜ ਜਿੰਨੀ ਗੱਲ ਭਗਤ ਰਵਿਦਾਸ ਜੀ ਦੀ ਗੁਰੂ ਘਰਾਂ ਦੇ ਅੰਦਰ ਹੋਈ ਹੈ, ਵਿਸ਼ਵ ਦੇ ਕੋਨੇ-ਕੋਨੇ ਅੰਦਰ ਹੋਈ ਹੈ, ਹਰ ਗੁਰੂ ਘਰ ਦੇ ਅੰਦਰ ਅੱਜ ਉਹਨਾਂ ਦੀ ਬਾਣੀ ਪੜ੍ਹੀ ਗਈ, ਰੋਜ਼ ਨਿਤਾ ਪ੍ਰਤੀ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਥਾਂ ਦਿੱਤੀ ਗਈ। ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੇ ਪਾਵਨ ਬਚਨ ਹਨ, ਜਿਸ ਨੀਚ ਕੋ ਕੋਏ ਨਾ ਜਾਣੈ ਨਾਮ ਜਪਤ ਓਚੋ ਕੁੰਟ ਮਾਨੈ। ਜਿਸ ਨੀਚ ਨੂੰ ਕੋਈ ਜਾਣਦਾ ਹੀ ਨਹੀਂ, ਉਹ ਜੇ ਕਦੇ ਪ੍ਰਮਾਤਮਾ ਦੀ ਬੰਦਗੀ ਕਰੇ ਤੇ ਚਾਰ ਕੁੰਟਾਂ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਨੀਚ ਜਾਤਾਂ ਦੇ ਵਿੱਚ ਵੀ ਅਗਰ ਜੇ ਕਦੇ ਪੈਦਾ ਹੋਏ ਨੇ, ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰ ਕੇ ਰੱਖਿਆ, ਪ੍ਰਮਾਤਮਾ ਦੀ ਬੰਦਗੀ ਕਰਦੇ ਹਨ, ਉਹਨਾਂ ਦੀ ਪਦਵੀ ਉੱਚੀ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਖਸ਼ਿਸ਼ ਕੀਤੀ ਸੀ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੈ ਨੀਚ ਸੰਭਾਲਿਆਣ ਤਿੱਥੈ ਨਦਰ ਤੇਰੀ ਬਖਸ਼ਿਸ਼। ਸਤਿਗੁਰਾਂ ਨੇ ਨੀਚਾਂ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਨਦਰ ਜੋ ਸੀ ਉਹ ਸੰਸਾਰ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਾਲਾਤ ਕੋਈ ਵੀ ਹੋਣ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਸਤਿਗੁਰੂ ਕਹਿੰਦੇ ਭਾਵੇਂ ਟੁੱਟੀ ਹੋਈ ਝੁੰਪੜੀ 'ਚ ਵਸਦਾ ਹੋਵੇ, ਕੱਪੜੇ ਉਹਦੇ ਮੈਲੇ ਕੁਚੈਲੇ ਹੋਣ, ਫੱਟੇ ਹੋਏ ਹੋਣ, ਪੁਰਾਣੇ ਹੋਣ, ਜੇ ਕਦੇ ਉਹਦਾ ਕੋਈ ਮਿੱਤਰ ਸਾਥੀ ਨਾ ਹੋਵੇ, ਉਹਦਾ ਰੂਪ ਨਾ ਹੋਵੇ, ਉਹਦੇ ਨਾਲ ਕੋਈ ਖੜੋਣ ਵਾਲਾ ਨਾ ਹੋਵੇ, ਜੇ ਕਦੇ ਉਹਦੇ ਕੋਲ ਬੰਦਗੀ ਹੈ, ਉਹ ਸਗਲ ਸ੍ਰਿਸ਼ਟੀ ਦਾ ਰਾਜਾ ਹੈ, ਸਮੁੱਚੇ ਵਿਸ਼ਵ ਦਾ ਰਾਜਾ ਹੈ। ਉਸ ਵਰਗਾ ਫਿਰ ਸੰਸਾਰ ਦੇ ਅੰਦਰ ਕੋਈ ਹੋਰ ਰਾਜਾ ਨਹੀਂ। ਕਾਰਨ ਕਿਉਂਕਿ ਉਸ ਮਹਾਨ ਰਾਜੇ ਦੇ ਨਾਲ ਜੁੜਿਆ ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਰਾਜ ਕੇ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ ਦਮੜਾ ਪੱਲਾ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਵਨਨ ਕੋ ਕਰੈ ਨਾ ਕਿਛ ਹੋਵੇ ਕਾਜ ਚਿਤਾਵਾ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਅੱਜ ਨੇਚਲ ਰਾਜ ਹੈ। ਜਿਨ੍ਹਾਂ ਭਗਤਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਉਹ ਤਖਤ ਦੇ ਉੱਤੇ ਵੀ ਵਿਰਾਜਮਾਨ ਨੇ, ਉਹਨਾਂ ਦੇ ਉੱਤੇ ਚੌਰ ਵੀ ਚੱਲ ਰਹੀ ਹੈ, ਉਹਨਾਂ ਦੇ ਉੱਤੇ ਚੰਦੋਆ ਵੀ ਹੈ, ਉਹਨਾਂ ਨੂੰ ਦੁਨੀਆ ਨਮਸਕਾਰਾਂ ਤੇ ਮੱਥੇ ਵੀ ਟੇਕਦੀ ਹੈ। ਕਾਰਨ ਕੀ ਹੈ? ਕਾਰਨ ਕੇਵਲ ਇਹ ਸੀ ਕਿ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਸਨ, ਪ੍ਰਮਾਤਮਾ ਦੇ ਸੱਚੇ ਭਗਤ ਸਨ ਤੇ ਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਤੇ ਕਿਰਪਾ ਕਰਕੇ ਉਹਨਾਂ ਦੀ ਉਸ ਬਾਣੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਕੇ ਉਹਨਾਂ ਨੂੰ ਸਦੀਵੀ ਤੌਰ ਦੇ ਉੱਤੇ ਅਮਰ ਕਰ ਲਿਆ। ਗੁਰੂ ਪਿਆਰ ਵਾਲਿਓ, ਨੀਚ ਜਾਤ ਵਿੱਚ ਜਨਮੇ, ਆਰਥਿਕ ਪੱਖੋਂ ਕਮਜ਼ੋਰ, ਸਮਾਜਿਕ ਤੌਰ ਤੇ ਦੱਬੇ ਕੁਚਲੇ, ਉੱਚ ਜਾਤੀਆਂ ਵੱਲੋਂ ਸਤਾਏ ਹੋਏ ਭਗਤ ਰਵਿਦਾਸ ਜੀ ਉੱਤੇ ਇਹ ਸਾਰੀਆਂ ਪੰਕਤੀਆਂ ਸੱਚ ਹੋ ਨਿਬੜੀਆਂ, ਜਿਨ੍ਹਾਂ ਨੂੰ ਭਗਤੀ ਕਾਰਨ ਅੱਜ ਸਾਰੇ ਸੰਸਾਰ ਵਿੱਚ ਮਾਨਤਾ ਪ੍ਰਾਪਤ ਹੈ। ਅੱਜ ਦੁਨੀਆ ਉਹਨਾਂ ਨੂੰ ਭਗਤ ਕਰਕੇ ਮੰਨਦੀ ਹੈ, ਸਤਿਕਾਰ ਦਿੱਤਾ ਜਾ ਰਿਹਾ ਹੈ। ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸੰਸਾਰ ਦੇ ਅੰਦਰ ਉਹ ਰੁਤਬਾ ਦਿੱਤਾ ਜੋ ਕਿਸੇ ਨੂੰ ਵੀ ਨਹੀਂ ਪ੍ਰਾਪਤ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜਦੋਂ ਬਾਣੀ ਦਰਜ ਕੀਤੀ ਤਾਂ ਆਪਣੇ ਨਾਲ ਦਾਸ, ਨੀਚ ਜਾਂ ਹੋਰ ਇਹੋ ਜਿਹੇ ਅੱਖਰ ਇਸਤੇਮਾਲ ਕੀਤੇ ਨੇ, ਪਰ ਜਦੋਂ ਭਗਤਾਂ ਦੀ ਗੱਲ ਕੀਤੀ, ਬਾਣੀ ਭਗਤ ਰਵਿਦਾਸ ਜੀ ਕੀ,
ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਸਦਨੇ ਜੀ ਕੀ, ਉਹਨਾਂ ਦੇ ਨਾਲ ਜੋ ਸੀ ਉਹ ਸਤਿਗੁਰੂ ਪਾਤਸ਼ਾਹ ਨੇ ਜੀ ਲਾਇਆ ਅਤੇ ਆਪਣੀ ਬਾਣੀ ਦੇ ਨਾਲ ਉਹਨਾਂ ਦੀ ਬਾਣੀ ਨੂੰ ਦਰਜ ਕਰਕੇ ਸਦੀਵੀ ਤੌਰ ਦੇ ਉੱਤੇ ਅਮਲ ਕਰ ਦਿੱਤਾ ਹੈ। ਭਗਤ ਰਵਿਦਾਸ ਜੀ ਉਹਨਾਂ ਮਹਾਂਪੁਰਖਾਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੇ ਜੀਵਨ ਢੰਗ ਰਾਹੀਂ ਉੱਤਮ ਪਦਵੀ ਪਾ ਕੇ ਇਹ ਸਾਬਤ ਕਰ ਦਿੱਤਾ ਕਿ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਲਈ ਕਿਸੇ ਤਰ੍ਹਾਂ ਦੇ ਤਪ, ਭੇਖ, ਕਰਮਕਾਂਡ, ਦਾਨ ਪੁੰਨ, ਧਾਰਮਿਕ ਚਿੰਨ੍ਹ, ਤੀਰਥ ਵਰਤ, ਖਾਸ ਪੁਰਬ, ਖਾਸ ਦਾਨ ਜਾਂ ਇਸ਼ਨਾਨ, ਕੋਈ ਖਾਸ ਮੰਤਰ, ਵੱਡੀ ਕੁਲ ਜਾਂ ਜਾਤ, ਖਾਸ ਧਾਰਮਿਕ ਸਥਾਨ ਦੀ ਲੋੜ ਨਹੀਂ, ਸਗੋਂ ਪ੍ਰਭੂ ਪਰਮਾਤਮਾ ਪ੍ਰਤੀ ਪਉ ਅਤੇ ਪਾਉ, ਸ਼ਰਧਾ ਅਤੇ ਪਿਆਰ, ਉੱਚੇ ਆਚਰਨ, ਹਿਰਦੇ ਦੀ ਨਿਰਮਲਤਾ ਦੀ ਜ਼ਰੂਰਤ ਹੈ, ਜਿਹਦੇ ਨਾਲ ਪ੍ਰਭੂ ਪਰਮਾਤਮਾ ਨਾਲ ਮੇਲ ਜੋ ਹੈ ਉਹ ਹੋ ਸਕਦਾ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਭਗਤ ਜੀ ਦੇ ਜੀਵਨ ਬਾਰੇ ਪੜ੍ਹਦੇ ਹਾਂ, ਬੜੀ ਬਦਕਿਸਮਤੀ ਹੈ ਕਿ ਉਹਨਾਂ ਦੇ ਜਨਮ ਦੇ ਬਾਰੇ ਬਹੁਤ ਵੱਡੇ ਭੁਲੇਖੇ ਪਾਏ ਗਏ ਹਨ। ਭਗਤ ਰਵਿਦਾਸ ਜੀ ਦੇ ਜਨਮ ਤਿਥੀ ਬਾਰੇ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ। ਵੱਖ-ਵੱਖ ਵਿਦਵਾਨਾਂ ਵੱਲੋਂ ਇਹਨਾਂ ਦੇ ਜਨਮ ਦੀ ਸਾਲ 1376 ਤੋਂ ਲੈ ਕੇ 1414 ਸਨ ਤੱਕ ਦੱਸੀ ਜਾਂਦੀ ਹੈ। ਲਗਭਗ 38 ਸਾਲ ਦਾ ਜੋ ਸਮਾਂ ਉਹਨਾਂ ਨੂੰ ਜਨਮ ਤਿਥਾਂ ਵੱਖ-ਵੱਖ ਉਸ ਸਮੇਂ ਦੇ ਅੰਦਰ ਦਿੱਤੀਆਂ ਜਾ ਰਹੀਆਂ ਹਨ। ਭਾਵ 1433 ਸੰਮਤ ਤੋਂ ਲੈ ਕੇ 1471 ਤੱਕ ਵੱਖ-ਵੱਖ ਸਾਲ ਦਰਸਾਏ ਜਾ ਰਹੇ ਹਨ। ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ। ਇੱਕ ਮਹਾਨ ਇਨਕਲਾਬੀ ਸ਼੍ਰੋਮਣੀ ਭਗਤ ਜੀ ਦੇ ਜਨਮ ਤਿਥੀ ਪ੍ਰਤੀ ਇਤਨਾ ਵਖਰੇਵਾਂ, ਅਤੇ ਇਹ ਵਖਰੇਵਾਂ ਹੈ ਕਿਉਂ? ਕਿਉਂਕਿ ਹਰ ਵਖਰੇਵਾਂ ਸ਼ੰਕੇ ਪ੍ਰਗਟ ਕਰਦਾ ਹੈ। ਕਾਰਨ ਕੁਝ ਵੀ ਹੋ ਸਕਦੇ ਨੇ। ਪਹਿਲਾ ਕਾਰਨ ਇਹ ਹੋ ਸਕਦਾ ਹੈ ਕਿ ਭਗਤ ਜੀ ਨੀਚ ਜਾਤ ਦੇ ਸਨ। ਨੀਚ ਜਾਤ ਵਿੱਚ ਉਹਨਾਂ ਦਾ ਜਨਮ ਹੋਇਆ। ਸਮੇਂ ਦੇ ਜੋ ਉੱਚ ਜਾਤੀ ਲੋਕੀ ਸਨ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਸਨ ਕਰ ਰਹੇ। ਨੀਚ ਜਾਤ ਵਿੱਚ ਜਨਮੇ ਦੇ ਇਤਿਹਾਸ ਨੂੰ ਕਿਸ ਨੇ ਲਿਖਣਾ ਸੀ? ਉਹ ਤਾਂ ਈਰਖਾ ਵਿੱਚ ਇਹਨਾਂ ਦੇ ਨਾਲ ਸੜ ਰਹੇ ਸਨ। ਪਰ ਜਦੋਂ ਉਹ ਸੰਸਾਰ ਦੇ ਅੰਦਰ ਭਗਤ ਕਰਕੇ ਪ੍ਰਗਟ ਹੋਏ, ਚੜ੍ਹਤ ਹੋਈ, ਤਾਂ ਜੋ ਇਤਿਹਾਸ ਲਿਖਿਆ ਗਿਆ ਉਹਦੇ ਅੰਦਰ ਵੀ ਭੁਲੇਖੇ ਪਾਉਣ ਦਾ ਯਤਨ ਕੀਤਾ ਗਿਆ। ਭੁਲੇਖੇ ਪਾਉਣ ਦਾ ਯਤਨ ਕਰਨ ਦਾ ਕਾਰਨ ਹੀ ਇਹ ਹੁੰਦਾ ਹੈ ਕਿ ਆਓ ਜੇ ਭੁਲੇਖੇ ਖੜੇ ਕਰ ਦਿੱਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਲੋਕੀ ਉਹਨਾਂ ਭੁਲੇਖਿਆਂ ਕਾਰਨ ਜੋ ਵੀ ਵਰਤਾਰੇ ਨੇ ਉਹਨਾਂ ਨੂੰ ਸੱਚ ਨਾ ਮੰਨ ਸਕਣ। ਅਤੇ ਇਹ ਇਤਿਹਾਸ ਲਿਖਿਆ ਵੀ ਪੜ੍ਹਿਆਂ ਲਿਖਿਆਂ ਵੱਲੋਂ ਜਾਂਦਾ ਸੀ। ਉਹਨਾਂ ਦੇ ਸਮੇਂ ਦੇ ਅੰਦਰ ਪੜ੍ਹਨ ਲਿਖਣ ਦਾ ਅਧਿਕਾਰ, ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਜੋ ਸੀ ਉਹ ਬ੍ਰਾਹਮਣ ਦੇ ਹੱਥ ਵਿੱਚ ਸੀ। ਬ੍ਰਾਹਮਣ ਹੀ ਦਿੰਦਾ ਸੀ ਤੇ ਉੱਚ ਜਾਤੀਏ ਹੀ ਪੜ੍ਹ ਸਕਦੇ ਸਨ। ਧਰਮ ਦੀ ਵਿਦਿਆ ਵੀ ਕੇਵਲ ਬ੍ਰਾਹਮਣ ਦਾ ਹੀ ਹੱਕ ਸੀ। ਪਾਠਸ਼ਾਲਾਵਾਂ ਦੇ ਅੰਦਰ, ਧਾਰਮਿਕ ਸਥਾਨਾਂ ਦੇ ਅੰਦਰ ਇਹ ਵਿਦਿਆ ਦਿੱਤੀ ਜਾਂਦੀ ਸੀ। ਨੀਚ ਨੂੰ ਤਾਂ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ। ਵਿਦਿਆ ਇਹਨਾਂ ਨੂੰ ਕਿੱਥੋਂ ਮਿਲਣੀ ਸੀ? ਅਤੇ ਇਸ ਕਰਕੇ ਜੋ ਇਤਿਹਾਸ ਲਿਖਣ ਵਾਲੇ ਲੋਕੀ ਸਨ ਉਹ ਲੋਕੀ ਵੀ ਇਸ ਗੱਲ ਨੂੰ ਜਾਂ ਤਾਂ ਜਾਣਬੁੱਝ ਕੇ ਭੁਲੇਖੇ ਖੜੇ ਕਰ ਗਏ ਜਾਂ ਫਿਰ ਚਿਰਾਂ ਬਾਅਦ ਲਿਖੇ ਹੋਏ ਜੋ ਇਤਿਹਾਸ ਕਾਰਨ ਇਹ ਵਿਵਾਦ ਖੜਾ ਹੋਇਆ। ਬਦਕਿਸਮਤੀ ਤਾਂ ਇਸ ਗੱਲ ਦੀ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਧੰਨ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਅਤੇ ਸਾਡੇ ਵੱਲੋਂ ਵੀ, ਸਾਡੀਆਂ ਜੋ ਸ਼੍ਰੋਮਣੀ ਜਥੇਬੰਦੀਆਂ ਸਨ ਉਹਨਾਂ ਵੱਲੋਂ ਵੀ ਇਸ ਪਾਸੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿ ਸੱਚ ਕਰਕੇ ਉਹਨਾਂ ਦੀ ਜੋ ਇੱਕ ਖਾਸ ਜੋ ਸੱਚਾਈ ਭਰਪੂਰ ਉਹ ਤਾਰੀਖ ਲੱਭ ਜਾਵੇ, ਉਹ ਸਨ ਲੱਭ ਜਾਵੇ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਦੇ ਅਸਥਾਨ ਵਾਸਤੇ ਵੀ ਭੁਲੇਖੇ। ਕਿਸੇ ਨੇ ਚਿਤੌੜਗੜ੍ਹ ਲਿਖਿਆ ਕਿ ਚਿਤੌੜਗੜ੍ਹ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ। ਦੱਸਿਆ ਜਾਂਦਾ ਚਿਤੌੜਗੜ੍ਹ ਦੇ ਰਾਜੇ ਨੇ ਵਾਹੁਦਾਈ ਕਿਸੇ ਥਾਂ ਨੂੰ ਉਹਨਾਂ ਦੇ ਜਨਮ ਦੇ ਨਾਲ ਜੋੜਨ ਦਾ ਯਤਨ ਕੀਤਾ। ਦੂਜਾ ਜੋ ਥਾਂ ਦੱਸੀ ਜਾ ਰਹੀ ਹੈ ਉਹ ਕਾਸ਼ੀ ਬਨਾਰਸ ਕੋਲ ਭਾਡੂਰ ਪਿੰਡ ਜੋ ਹੈ ਦੱਸਿਆ ਜਾ ਰਿਹਾ ਹੈ। ਤੇ ਬਨਾਰਸ ਛਾਉਣੀ ਤੋਂ 3-4 ਕਿਲੋਮੀਟਰ ਦੂਰ ਇੱਕ ਹੋਰ ਪਿੰਡ ਮੰਡੂਰ ਹੈ ਜਿਸ ਦਾ ਪਹਿਲਾ ਨਾਮ ਮੰਡੂਆੜੀ ਦੱਸਿਆ ਜਾਂਦਾ ਹੈ। ਬਹੁਤੇ ਵਿਦਵਾਨ ਇਸ ਤੀਜੇ ਸਥਾਨ ਦੇ ਨਾਲ ਸਹਿਮਤ ਹਨ ਅਤੇ ਇਹਦੇ ਵਾਸਤੇ ਭਗਤ ਜੀ ਨੇ ਆਪ ਵੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹੋਏ ਸਮਝਾਇਆ, ਮੇਰੀ ਜਾਤ ਕੁੱਟ ਬੰਡਲਾ ਟੋਰ ਟਵੰਤਾ ਨਿਤੈ ਬਨਾਰਸੀ ਆਸ-ਪਾਸ। ਕੁੱਲ ਦੇ ਲੋਕੀ ਅੱਜ ਵੀ ਜੋ ਡੰਗਰ ਨੇ ਉਹਨਾਂ ਨੂੰ ਢੋ ਰਹੇ ਨੇ, ਉਹਨਾਂ ਦੇ ਮਾਸ ਨੂੰ ਢੋ ਰਹੇ ਨੇ, ਉਹਨਾਂ ਦੇ ਜੋ ਚਮੜਾ ਉਧੇੜ ਰਹੇ ਨੇ ਬਨਾਰਸ ਦੇ ਕੋਲਕਾਲ। ਇਸ ਤੋਂ ਭਾਵ ਕਿ ਭਗਤ ਜੀ ਬਨਾਰਸ ਦੇ ਇਲਾਕੇ ਦੇ ਰਹਿਣ ਵਾਲੇ ਸਨ। ਪਿਤਾ ਜੀ ਦੇ ਨਾਮ ਵਾਸਤੇ ਵੀ ਭੁਲੇਖੇ ਖੜੇ ਕੀਤੇ ਗਏ। ਭਾਈ ਕਾਹਨ ਸਿੰਘ ਜੀ ਨੇ ਪਿਤਾ ਜੀ ਦਾ ਨਾਮ ਸੰਤੋਖਾ ਤੇ ਮਾਤਾ ਜੀ ਦਾ ਨਾਮ ਦਿਹਾਰੀ ਲਿਖਿਆ ਹੈ। ਕਵੀ ਬਰਗਤ ਸਿੰਘ ਪਿਤਾ ਜੀ ਦਾ ਨਾਮ ਸੰਤੋਖਾ, ਮਾਤਾ ਜੀ ਦਾ ਨਾਮ ਕੰਮੋਦਈ ਲਿਖਦਾ ਹੈ। ਆਚਾਰੀਆ ਪ੍ਰਿਥੀ ਸਿੰਘ ਪਿਤਾ ਜੀ ਦਾ ਨਾਮ ਰਾਘਵ ਤੇ ਕਰਮਾਂ ਦੀ ਮਾਤਾ ਜੀ ਦਾ ਨਾਮ ਲਿਖਦਾ ਹੈ। ਇਸੇ ਤਰੀਕੇ ਦੇ ਨਾਲ ਇਹੋ ਲਿਖਾਰੀ ਭਵਿਸ਼ ਪੁਰਾਣ ਵਿੱਚ ਪਿਤਾ ਦਾ ਨਾਮ ਮਾਨਦਾਸ ਲਿਖਦਾ ਹੈ। ਆਪਾ ਵਿਰੋਧੀ ਹੋ ਜਾਂਦਾ ਹੈ। ਅਨੇਕਾਂ ਸ਼ਰਧਾਲੂ ਜੋ ਨੇ ਉਹ ਪਿਤਾ ਜੀ ਨੂੰ ਰੱਬੂ ਤੇ ਮਾਂ ਜੀ ਨੂੰ, ਮਾਤਾ ਜੀ ਨੂੰ ਘਰੂ ਕੁਰਬੀਨੀਆਂ ਜੋ ਹੈ ਨਾਂ ਦਿੰਦੇ ਨੇ। ਤੇ ਕਈ ਵਿਸ਼ਵਾਸ ਜੋ ਨੇ ਉਹ ਸੰਤੋਖ, ਕਈ ਵਿਦਵਾਨ ਜੋ ਨੇ ਉਹ ਇਹ ਵਿਸ਼ਵਾਸ ਕਰਦੇ ਨੇ ਕਿ ਉਹਨਾਂ ਦਾ ਪਿਤਾ ਜੀ ਦਾ ਨਾਮ ਸੰਤੋਖ ਦਾਸ ਹੀ ਸੀ। ਨੀਚ ਕੁਲ ਵਿੱਚ ਹੋਣ ਦੇ ਕਾਰਨ, ਨੀਚ ਜਾਤ ਦੇ ਹੋਣ ਦੇ ਕਾਰਨ
ਨਾ ਸਤਿਕਾਰ ਦਿੱਤੇ ਜਾਣ ਕਾਰਨ ਇਹਨਾਂ ਨੂੰ ਸੰਤੋਖਾ ਕਰਕੇ ਹੀ ਇਲਾਕੇ ਦੇ ਅੰਦਰ ਜੋ ਸੀ ਉਹ ਬੁਲਾਇਆ ਜਾਂਦਾ ਸੀ। ਹੁਣ ਇਹਨਾਂ ਦੇ ਬਚਪਨ ਬਾਰੇ ਇਤਿਹਾਸ ਦੀ ਕੋਈ ਬਹੁਤੀ ਵੱਡੀ ਜਾਣਕਾਰੀ ਨਹੀਂ ਲੱਭਦੀ। ਮੈਂ ਜਿਵੇਂ ਪਹਿਲਾਂ ਬੇਨਤੀ ਕਰ ਚੁੱਕਿਆ ਕਿ ਛੋਟੀ ਜ਼ਾਤ ਦੇ ਹੋਣ ਦੇ ਕਾਰਨ ਕਿਸੇ ਨੇ ਇਹਨਾਂ ਨੂੰ ਅਹਿਮੀਅਤ ਨਹੀਂ ਦਿੱਤੀ। ਕੇਵਲ ਥੋੜਾ ਜਿਹਾ ਕਿਤੇ ਇਹਨਾਂ ਦੇ ਬਚਪਨ ਦੇ ਬਾਰੇ ਚ ਦੱਸਿਆ ਜਾਂਦਾ ਹੈ ਕਿ ਇਹਨਾਂ ਨੇ ਵਿਦਿਆ ਕਿਸੇ ਪਾਠਸ਼ਾਲਾ ਚੋਂ ਪ੍ਰਾਪਤ ਨਹੀਂ ਕੀਤੀ, ਪਰ ਕੇਵਲ ਕਿਤੇ ਗੰਗਾ ਕਿਨਾਰੇ ਉੱਥੇ ਜੋ ਲੋਕੀ ਧਰਮ ਦਾ ਪ੍ਰਵਚਨ ਕਰਿਆ ਕਰਦੇ ਸਨ, ਕਿਤੇ ਇਹ ਇੱਕ ਪਾਸੇ ਬੈਠ ਕੇ ਕਿਤੇ ਆਰਾਮ ਕਰਨ ਵੇਲੇ ਉਹ ਸੁਣ ਲਿਆ ਕਰਦੇ ਸਨ। ਚਲਦਾ ਫਿਰਦਾ ਹੀ ਕਿਤੋਂ ਇਹਨਾਂ ਨੇ ਅੱਖਰਾਂ ਦਾ ਗਿਆਨ ਵੀ ਜੋ ਹੈ ਪ੍ਰਾਪਤ ਕੀਤਾ। ਅਤੇ ਇਹਨਾਂ ਦੇ ਬਚਪਨ ਦੇ ਬਾਰੇ ਵਿੱਚ ਕੋਈ ਕਿਸੇ ਕਿਸਮ ਦਾ ਹਵਾਲਾ ਨਹੀਂ ਲੱਭਦਾ, ਕੋਈ ਐਸਾ ਇਤਿਹਾਸ ਨਹੀਂ ਦੱਸਿਆ ਜਾਂਦਾ ਕਿ ਭਈ ਇਹਨਾਂ ਦਾ ਬਚਪਨ ਕਿਉਂ ਜਾ ਨਿਕਲਿਆ। ਕੇਵਲ ਇੱਕ ਜੋ ਸਾਡੇ ਵਿਦਵਾਨ ਨੇ ਉਹਨਾਂ ਨੇ ਇਹ ਲਿਖਿਆ ਹੈ ਕਿ ਲਗਭਗ 7 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦੇ ਅੰਦਰ ਧਰਮ ਪ੍ਰਤੀ ਪਿਆਰ ਸੀ, ਸੇਵਾ ਭਾਵਨਾ ਸੀ ਅਤੇ ਇਹ ਪ੍ਰਮਾਤਮਾ ਦੀ ਭਜਨ ਬੰਦਗੀ ਜੋ ਕਰਿਆ ਕਰਦੇ ਸਨ। ਜਿੱਥੇ ਤੱਕ ਇਹਨਾਂ ਦੀ ਵਿਦਿਆ ਦਾ ਸਵਾਲ ਹੈ, ਮੈਂ ਪਹਿਲਾਂ ਬੇਨਤੀ ਕੀਤੀ ਕਿ ਵਿਦਿਆ ਉਸ ਵੇਲੇ ਬ੍ਰਾਹਮਣਾਂ ਦੇ ਹੱਥ ਵਿੱਚ ਸੀ। ਨੀਚ ਜ਼ਾਤ ਦੇ ਹੁੰਦਿਆਂ ਇਹਨਾਂ ਨੂੰ ਨੇੜੇ ਕਿਸੇ ਨੇ ਜਾਣ ਨਹੀਂ ਸੀ ਦੇਣਾ ਅਤੇ ਇਹਨਾਂ ਦੀ ਜੋ ਸੀ ਵਿਦਿਆ ਕਿਸੇ ਪਾਠਸ਼ਾਲਾ ਦੇ ਵਿੱਚੋਂ ਨਹੀਂ ਹੋਈ, ਸਗੋਂ ਇਹਨਾਂ ਨੂੰ ਵਿਦਿਆ ਜੋ ਸੀ ਆਪਣੇ ਤੌਰ ਦੇ ਉੱਤੇ ਹੀ ਲੱਭੀ ਹੈ। ਤੇ ਉਸ ਵੇਲੇ ਸਮਾਂ ਵੀ ਇਹ ਸੀ ਕਿ ਕੁਮਾਰ ਦੇ ਬਣਾਏ ਹੋਏ ਭਾਂਡੇ ਚ ਉੱਚ ਜਾਤੀਆ ਪਾਣੀ ਪੀ ਲੈਂਦਾ ਸੀ, ਲੋਹਾਰ ਦੇ ਬਣਾਏ ਹੋਏ ਚਾਕੂ ਦੇ ਨਾਲ ਘਰ ਦੇ ਅੰਦਰ ਫਲ ਸਬਜ਼ੀਆਂ ਕੱਟ ਲੈਂਦਾ ਸੀ ਅਤੇ ਚਮਾਰ ਦੀ ਪਾਈ ਹੋਈ ਜੁੱਤੀ ਨੂੰ ਪਾ ਕੇ ਅੰਦਰ ਬਾਹਰ ਘੁੰਮ ਜਾਂਦਾ ਸੀ, ਕੁੱਤੇ ਨੂੰ ਘਰ ਅੰਦਰ ਰੱਖ ਲੈਂਦਾ ਸੀ। ਲੇਕਿਨ ਇਹਨਾਂ ਛੋਟੀ ਜ਼ਾਤ ਦੇ ਲੋਕਾਂ ਨੂੰ ਕੁਮਾਰ, ਚੁਆਰ, ਲੋਹਾਰ, ਚੀਵਰ, ਚਮਾਰ ਇਹਨਾਂ ਨੂੰ ਘਰ ਦੇ ਅੰਦਰ ਨਹੀਂ ਸੀ ਆਉਣ ਦਿੰਦਾ। ਤੇ ਇਹੋ ਜਿਹੇ ਸਮੇਂ ਦੇ ਅੰਦਰ ਉਹਨਾਂ ਨੂੰ ਵਿਦਿਆ ਕਿਸ ਨੇ ਦੇਣੀ ਸੀ, ਕਿਸ ਨੇ ਪੜ੍ਹਾਈ ਕਰਾਉਣੀ ਸੀ, ਸ਼ੂਦਰਾਂ ਦਾ ਤਾਂ ਹੱਕ ਹੀ ਨਹੀਂ ਸੀ ਮੰਨਿਆ ਜਾਂਦਾ। ਸੋ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਚ ਦੱਸਿਆ ਜਾਂਦਾ ਹੈ, ਜਿਵੇਂ ਪਹਿਲਾਂ ਬੇਨਤੀ ਕੀਤੀ ਕਿ 7 ਸਾਲ ਦੀ ਉਮਰ ਦੇ ਵਿੱਚ ਉਹ ਪ੍ਰਭੂ ਭਗਤੀ ਦੀ ਵਿੱਚ ਲੱਗ ਗਏ, ਸਿਮਰਨ ਵਿੱਚ ਲੱਗ ਗਏ, ਸੰਤ ਜਨਾਂ ਦੀ ਸੇਵਾ ਵਿੱਚ ਲੱਗ ਗਏ। ਗੰਗਾ ਕਿਨਾਰੇ ਆਰਾਮ ਕਰਨ ਵੇਲੇ ਮਹਾਨ ਆਤਮਾਵਾਂ ਪਾਸੋਂ ਕਥਾ ਵਿਚਾਰ ਸੁਣਨੇ, ਅੱਖਰਾਂ ਦਾ ਗਿਆਨ ਵੀ ਚਲਦੇ ਫਿਰਦੇ ਹੀ ਪ੍ਰਾਪਤ ਕੀਤਾ। ਸਮੁੱਚੇ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਚੱਲ ਆ ਰਹੇ ਜੋ ਸੰਸਕਾਰ ਅਤੇ ਜੋ ਉਹਨਾਂ ਦੇ ਆਪਣੇ ਨਿੱਜੀ ਤਜਰਬੇ ਸਨ ਉਹਨਾਂ ਤੋਂ ਹੀ ਲੱਭਿਆ। ਜਾਂ ਧਾਰਮਿਕ ਸਥਾਨ ਦੇ ਨੇੜੇ ਹੁੰਦਿਆਂ ਹੋਇਆਂ ਜੋ ਧਰਮ ਦੇ ਸਥਾਨਾਂ ਦੇ ਉੱਤੇ ਕਰਮਕਾਂਡ ਹੋ ਰਹੇ ਸਨ, ਧਰਮ ਦੇ ਨਾਂ ਦੇ ਉੱਤੇ ਜੋ ਕੀਤਾ ਜਾ ਰਿਹਾ ਸੀ, ਉਹਨਾਂ ਦੇ ਵਿੱਚੋਂ ਹੀ ਉਹਨਾਂ ਨੂੰ ਜੋ ਹੈ ਕੋਈ ਧਰਮ ਦਾ ਗਿਆਨ ਲੱਭਾ ਜਾਂ ਧਰਮ ਵਿੱਚ ਹੋ ਰਹੇ ਧਾਰਮਿਕ ਲੋਕਾਂ ਦੇ ਜੀਵਨ ਦੀ ਨੀਚਤਾ ਨੂੰ ਦੇਖ ਕੇ ਹੀ ਉਹਨਾਂ ਨੇ ਸੱਚ ਧਰਮ ਦੀ ਗੱਲ ਕਰਨ ਦਾ ਜੋ ਸੀ ਨਾ ਸਿਰਫ ਹਿੱਇਆ ਕੀਤਾ, ਸਗੋਂ ਪ੍ਰਚਲਿਤ ਜੋ ਕਰਮਕਾਂਡ ਸਨ, ਧਾਰਨਾਵਾਂ ਸਨ, ਅਖੌਤੀ ਧਾਰਮਿਕ ਆਗੂਆਂ ਦੀ ਲੁੱਟ ਖਸੁੱਟ ਅਤੇ ਜਾਤ ਵਿਰੋਧ ਜੋ ਸੰਘਰਸ਼ ਸੀ ਉਹ ਉਹਨਾਂ ਨੇ ਆਰੰਭਿਆ ਹੈ। ਇਹ ਕਿਸੇ ਮਹਾਨ ਇਨਕਲਾਬੀ ਦਾ ਹੀ ਹਿੱਆ ਹੋ ਸਕਦਾ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਵਿਦਵਾਨ ਜੋ ਨੇ, ਕੇਵਲ ਸਿੱਖ ਵਿਦਵਾਨ ਹੀ ਨਹੀਂ ਬਾਕੀ ਵਿਦਵਾਨ ਵੀ ਸਹਿਮਤ ਨੇ ਕਿ ਭਗਤ ਰਾਮਾਨੰਦ ਜੀ ਨੂੰ ਇਹਨਾਂ ਨੇ ਆਪਣਾ ਜੋ ਸੀ ਉਹ ਗੁਰੂ ਧਾਰਨ ਕੀਤਾ। ਭਗਤ ਰਾਮਾਨੰਦ ਜੀ ਪਹਿਲਾਂ ਜੋ ਸਨ ਉਹ ਮੂਰਤੀ ਦੇ ਵਿੱਚ ਇਹ ਨਿਰਾਕਾਰ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਲੱਗ ਗਏ ਅਤੇ ਇਹਨਾਂ ਨੇ ਜੋ ਸੀ ਭਾਰਤ ਦੇ ਉੱਤਰਾਖੰਡ ਦੇ ਅੰਦਰ ਉੱਤਰ ਦੇ ਅੰਦਰ ਭਗਤੀ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ। ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਅਤੇ ਹੋਰ ਵਿਦਵਾਨਾਂ ਅਨੁਸਾਰ ਰਾਮਾਨੰਦ ਜੀ ਪਹਿਲਾਂ ਪੂਰਨ ਤੌਰ ਦੇ ਉੱਤੇ ਮੂਰਤੀ ਪੂਜਕ ਸਨ, ਪਰ ਬਾਅਦ ਵਿੱਚ ਸਾਰੇ ਭਰਮ ਤਿਆਗ ਕੇ ਨਿਰਾਕਾਰ ਪ੍ਰਭੂ ਦੀ ਭਗਤੀ ਵਿੱਚ ਲੱਗ ਗਏ। ਭਗਤ ਜੀ ਦਾ ਵਿਆਹ ਜੋ ਸੀ ਉਹ ਵੀ ਕਰਵਾ ਦਿੱਤਾ ਗਿਆ। ਇਹਨਾਂ ਦੇ ਘਰ ਦੇ ਅੰਦਰ ਇੱਕ ਬੱਚੇ ਨੇ ਜਨਮ ਲਿਆ ਜੋ ਇਹਨਾਂ ਦੀ ਧਰਮ ਸੁਪਤਨੀ ਸੀ। ਉਹਨਾਂ ਨੇ ਵੀ ਇਹਨਾਂ ਦੇ ਧਰਮ ਦੇ ਕਾਰਜਾਂ ਦੇ ਵਿੱਚ ਕਾਫੀ ਹੱਦ ਤੱਕ ਜੋ ਸੀ ਆਪਣੇ ਦੇ ਵਿਆਹ ਦੇ ਵਾਸਤੇ ਸਰਮੁਖ ਸਿੰਘ ਅਮੋਲ ਅਨੁਸਾਰ ਇਹਨਾਂ ਦਾ ਵਿਆਹ ਇਹਨਾਂ ਦੇ ਨਾਨਾ ਹਾਰੂ ਜੀ ਨੇ ਪਿੰਡ ਮਿਰਜ਼ਾਪੁਰ ਦੀ ਲੋਨਾ ਲੜਕੀ ਦੇ ਨਾਲ ਕਰਵਾਇਆ, ਜਿਸ ਦਾ ਸਹੁਰੇ ਘਰ ਨਾਮ ਜੋ ਸੀ ਭਗਵੰਤੀ ਰੱਖਿਆ ਗਿਆ। ਰਵਿਦਾਸ ਪੁਰਾਣ ਮੁਤਾਬਕ ਆਪ ਜੀ ਦੇ ਘਰ ਜਿਹੜਾ ਬੱਚੇ ਨੇ ਜਨਮ ਲਿਆ ਉਸ ਦਾ ਨਾਮ ਵਿਜੇ ਦਾਸ ਸੀ। ਧਰਮ ਪਤਨੀ ਨੇ ਧਰਮ ਪ੍ਰਚਾਰ ਦੇ ਅੰਦਰ ਬਹੁਤ ਵੱਡਾ ਯੋਗਦਾਨ ਪਾਇਆ। ਵਿਆਹ ਉਪਰੰਤ ਕਿਰਤ ਜੋ ਸੀ ਉਹ ਪਿਤਾ ਪੁਰਖੀ ਕੀਤੀ, ਪਰ ਜੋ ਸੰਗਤ ਕਰਨੀ, ਸਿਮਰਨ ਕਰਨਾ, ਬੰਦਗੀ ਕਰਨੀ ਉਸ ਨੂੰ ਜਾਰੀ ਰੱਖਿਆ। ਪਿਤਾ ਨੇ ਜਦੋਂ ਇਸ ਚੀਜ਼ ਨੂੰ ਦੇਖਿਆ ਕਿ ਜ਼ਰੂਰਤ ਮੁਤਾਬਕ ਇਸ ਨੂੰ ਜਿਤਨੀ ਕਿਰਤ ਕਰਨੀ ਚਾਹੀਦੀ ਹੈ ਉਨੀ ਕਰ ਨਹੀਂ ਰਿਹਾ, ਇਹਨਾਂ ਨੂੰ ਵਿਗੜਿਆ ਹੋਇਆ ਗੱਭਰੂ ਸਮਝ ਕੇ ਕਹਿੰਦੇ ਨੇ ਘਰ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਇੱਕ ਥਾਂ ਦੇ ਉੱਤੇ ਇਹਨਾਂ ਨੇ ਝੌਂਪੜੀ ਪਾ ਕੇ ਆਪਣੀ ਜੋ ਪਿਤਾ ਪੁਰਖੀ ਕਿਹਾ ਨਾਲ ਸੰਗਤ ਕਰਨੀ, ਸਿਮਰਨ ਕਰਨਾ, ਬੰਦਗੀ ਕਰਨੀ, ਮਨੁੱਖਤਾ ਦਾ ਭਲਾ ਕਰਨਾ, ਆਏ ਗਏ ਦੀ ਸੇਵਾ ਕਰਨੀ, ਇਹ ਜੋ ਸੀ ਇਹਨਾਂ ਨੇ ਜਾਰੀ ਰੱਖੀ। ਦੂਰ ਦੂਰ ਤੱਕ ਇਹਨਾਂ ਦਾ ਜੋ ਸ਼ੋਭਾ ਸੀ ਉਹ ਹੋਣਾ ਸ਼ੁਰੂ ਹੋ ਗਈ, ਜਿਹਦੇ ਕਾਰਨ ਬਹੁਤੇ ਲੋਕੀ ਜੋ ਸਨ
ਉਹ ਇਹਨਾਂ ਦੇ ਉਪਾਸ਼ਕ ਬਣਨਾ ਸ਼ੁਰੂ ਹੋ ਗਏ। ਭਗਤ ਰਾਮਾਨੰਦ ਜੀ ਦੇ ਨਾਲ ਸੰਪਰਕ ਵਿੱਚ ਆਉਣ ਦੇ ਨਾਲ ਇਹ ਭਗਤ ਕਬੀਰ ਜੀ ਦੇ ਸੰਪਰਕ ਵਿੱਚ ਵੀ ਆਏ। ਉਹਨਾਂ ਦੇ 12 ਚੇਲਿਆਂ ਦੇ ਵਿੱਚੋਂ 3 ਦੇ ਅੰਦਰ ਭਗਤ ਕਬੀਰ ਜੀ ਨੂੰ, ਭਗਤ ਰਵਿਦਾਸ ਜੀ ਨੂੰ ਤੇ ਭਗਤ ਧੰਨਾ ਜੀ ਨੂੰ ਮੰਨਿਆ ਗਿਆ। ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਸੰਗਤ ਦੇ ਵਿੱਚ ਜੋ ਸੀ, ਇਹਨਾਂ ਦੋਵਾਂ ਦੀ ਆਪਸੀ ਸੰਗਤ ਦੇ ਕਾਰਨ ਪ੍ਰਚਾਰ ਜੋ ਸੀ ਸ਼ੁਰੂ ਕੀਤਾ ਅਤੇ ਪ੍ਰਚਾਰਕ ਦੌਰੇ ਜੋ ਸਨ ਭਗਤ ਕਬੀਰ ਜੀ ਦੇ ਨਾਲ, ਇਹਨਾਂ ਤੇ ਹੋਰ ਸਾਥੀਆਂ ਦੇ ਨਾਲ, ਰਾਮਾਨੰਦ ਜੀ ਦੇ ਨਾਲ ਪ੍ਰਚਾਰਕ ਦੌਰਿਆਂ ਦੇ ਉੱਤੇ ਪ੍ਰਚਾਰਕ ਦੌਰੇ ਦੱਸੇ ਜਾਂਦੇ ਹਨ, ਜੋ ਇਹਨਾਂ ਨੇ ਤਕਰੀਬਨ ਉੱਤਰ ਭਾਰਤ ਦੇ ਅੰਦਰ ਤੇ ਹੋਰ ਭਾਰਤ ਦੇ ਹਿੱਸਿਆਂ ਦੇ ਅੰਦਰ ਕੀਤੇ। ਥਾਂ ਥਾਂ ਦੇ ਉੱਤੇ ਜਾਂਦੇ ਰਹੇ, ਮਨੁੱਖਤਾ ਦੇ ਪ੍ਰਚਾਰ, ਮਨੁੱਖਤਾ ਦੇ ਗੱਲ ਕਰਨੀ, ਲੋੜਵੰਦਾਂ ਦੀ ਸੇਵਾ ਕਰਨੀ ਅਤੇ ਜੋ ਖਾਸ ਕਰਕੇ ਜਾਤ ਪਾਤ ਦਾ ਵਿਤਕਰਾ ਸੀ ਉਹਦੇ ਵਿਰੁੱਧ ਇਹਨਾਂ ਨੇ ਜੋ ਸੰਸਾਰ ਦੇ ਅੰਦਰ ਮਨੁੱਖਤਾ ਨੂੰ ਲਾਮਬੰਦ ਕਰਨ ਦਾ ਯਤਨ ਕੀਤਾ। ਭਾਰਤ ਵਰਸ਼ ਦੇ ਅੰਦਰ ਜੋ ਸੀ ਉਹ ਇਹਨਾਂ ਨੇ ਪ੍ਰਚਾਰ ਕੀਤਾ। ਇਹਨਾਂ ਦੇ ਪ੍ਰਚਾਰ ਸਦਕਾ ਬਹੁਤੇ ਲੋਕੀ ਜੋ ਸਨ ਕਿਉਂ ਦੱਸੇ ਜਾਂਦੇ ਨੇ ਅਤੇ ਬ੍ਰਾਹਮਣ ਉਹਨਾਂ ਦੇ ਕੋਲੋਂ ਈਰਖਾਵਸ ਉਹਨਾਂ ਦੇ ਨਾਲ ਜੋ ਸੀ ਨਫ਼ਰਤ ਕਰ ਰਹੇ ਸਨ ਕਿ ਬ੍ਰਾਹਮਣ ਜੋ ਸੀ ਉਹ ਸ਼ੂਦਰਾਂ ਨੂੰ ਆਪਣੇ ਚੇਲੇ ਬਣਾ ਕੇ ਉਹਨਾਂ ਨੂੰ ਗਿਆਨ ਦੇ ਰਿਹਾ ਸੀ, ਕਿਉਂਕਿ ਧਰਮ ਦਾ ਗਿਆਨ ਜੋ ਸੀ ਉਹ ਸ਼ੂਦਰਾਂ ਨੂੰ ਨਹੀਂ ਸੀ ਦਿੱਤਾ ਜਾ ਸਕਦਾ। ਦੂਜੀ ਗੱਲ ਇਹ ਸੀ ਕਿ ਕੋਈ ਵੀ ਜੋ ਸ਼ੂਦਰ ਸੀ ਉਹ ਜਦ ਤੱਕ ਗੁਰੂ ਧਾਰਨ ਨਾ ਕਰੇ ਉਨੀ ਦੇਰ ਤੱਕ ਉਹਨੂੰ ਗਿਆਨ ਨਹੀਂ ਸੀ ਦਿੱਤਾ ਜਾ ਸਕਦਾ, ਤੇ ਬ੍ਰਾਹਮਣ ਜੋ ਸੀ ਉਹ ਸ਼ੂਦਰ ਨੂੰ ਆਪਣਾ ਚੇਲਾ ਨਹੀਂ ਸੀ ਬਣਾ ਸਕਦਾ। ਸ਼ੂਦਰ ਜੋ ਸੀ ਉਹ ਜਨੇਊ ਪਾ ਨਹੀਂ ਸੀ ਸਕਦਾ, ਜਦ ਤੱਕ ਜਨੇਊ ਨਾ ਪਾਇਆ ਜਾਵੇ ਉਨੀ ਦੇਰ ਤੱਕ ਬ੍ਰਾਹਮਣ ਉਸ ਨੂੰ ਆਪਣਾ ਚੇਲਾ ਨਹੀਂ ਸੀ ਬਣਾ ਸਕਦਾ। ਇਸ ਕਾਰਨ ਬ੍ਰਾਹਮਣ ਲੋਕੀ ਜੋ ਸਨ ਉਹ ਲੇਕਿਨ ਭਗਤ ਰਵਿਦਾਸ ਜੀ ਦੇ ਪ੍ਰਚਾਰ ਕਾਰਨ, ਉਹਨਾਂ ਦੀ ਭਜਨ ਬੰਦਗੀ ਸਿਮਰਨ ਕਾਰਨ ਦੂਰ ਦੂਰ ਤੱਕ ਉਹਨਾਂ ਦੀ ਚੜ੍ਹਤ ਹੋਈ। ਲੋਕੀ ਉਹਨਾਂ ਦੇ ਜੋ ਸਨ ਉਹਨਾਂ ਦੇ ਉੱਤੇ ਵਿਸ਼ਵਾਸ ਲੈ ਕੇ ਆਏ, ਸ਼ਰਧਾ ਲੈ ਕੇ ਆਏ, ਜਿਸ ਦੀ ਗਵਾਹੀ ਉਹਨਾਂ ਨੇ ਆਪ ਬਾਣੀ ਦੇ ਅੰਦਰ ਲਿਖੀ ਹੈ। ਮੇਰੀ ਜਾਤ ਕੁਟਬਾਂਡਲਾ ਢੋਰ ਢਵੰਤਾ, ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਕਿ ਠੀਕ ਹੈ ਮੇਰੀ ਜਾਤ ਛੋਟੀ ਸੀ, ਅੱਜ ਵੀ ਬਨਾਰਸ ਦੇ ਇਲਾਕਿਆਂ ਦੇ ਅੰਦਰ ਮੇਰੀ ਜਾਤ ਦੇ ਜੋ ਨੇ, ਮੇਰੇ ਜੋ ਕੁਲ ਦੇ ਨੇ, ਉਹ ਡੰਗਰਾਂ ਨੂੰ ਢੋ ਰਹੇ ਨੇ, ਉਹਨਾਂ ਦਾ ਮਾਸ ਜੋ ਹੈ ਉਹ ਖਾੜ ਰਹੇ ਨੇ, ਉਹ ਦੇੜ ਰਹੇ ਨੇ, ਚਮਾਰਾਂ ਦਾ ਕੰਮ ਕਰਦੇ ਨੇ। ਪਰ ਅੱਜ ਮੈਨੂੰ ਬੰਦਗੀ ਦੇ ਕਾਰਨ ਵੱਡੇ ਵੱਡੇ ਜੋ ਪ੍ਰਧਾਨ ਲੋਕੀ ਨੇ, ਵਿਪਰ ਲੋਕੀ ਕਰ ਰਹੇ ਨੇ, ਉਹਨਾਂ ਦੇ ਬਚਪਨ ਜਵਾਨੀ ਬਾਰੇ ਅਤੇ ਜੀਵਨ ਕਾਲ ਬਾਰੇ ਬਹੁਤੀ ਇਤਿਹਾਸਕ ਜਾਣਕਾਰੀ ਨਾ ਹੋਣ ਕਾਰਨ ਬਹੁਤੀਆਂ ਮਨ ਘੜਤ ਜੋ ਸਾਖੀਆਂ ਸਨ ਜੋੜ ਦਿੱਤੀਆਂ ਗਈਆਂ। ਉਹਦੇ ਪਿੱਛੇ ਬ੍ਰਾਹਮਣ ਦੀ ਇੱਕ ਨੀਅਤ ਸੀ, ਕਿਉਂਕਿ ਬ੍ਰਾਹਮਣ ਬਹੁਤ ਚਲਾਕ ਹੋਇਆ ਹੈ। ਉਸ ਨੇ ਹਮੇਸ਼ਾ ਉਸ ਲਹਿਰ ਨੂੰ ਦਬਾਉਣ ਤੇ ਕੁਚਲਣ ਦਾ ਯਤਨ ਕੀਤਾ, ਜਿਹੜੀ ਲਹਿਰ ਜੋ ਸੀ ਧਰਮ, ਸੱਚ ਧਰਮ ਦੀ ਨਿਕਲੀ ਹੈ, ਜਿਸ ਨੇ ਉਸ ਤੇ ਪਾਖੰਡਵਾਦ ਨੂੰ ਨੰਗਾ ਕੀਤਾ, ਜਿਸ ਨੇ ਜੋ ਸੀ ਉਸ ਦੀ ਸਰਦਾਰੀ ਨੂੰ, ਉਸ ਨੂੰ ਰੋਕਣ ਦਾ ਯਤਨ ਕੀਤਾ, ਉਹਦੀ ਲੀਡਰਸ਼ਿਪ, ਉਸਨੇ ਹਰ ਹੀਲਾ ਵਰਤਿਆ ਕੁਚਲਣ ਦਾ, ਚਾਹੇ ਉਹਨੂੰ ਸਰੀਰਕ ਤੌਰ ਦੇ ਉੱਤੇ ਖਤਮ ਕਰਨ ਦਾ ਯਤਨ ਕੀਤਾ ਉਹਨੇ, ਚਾਹੇ ਰਾਜ ਭਾਗ ਜੋ ਸੀ ਸਮੇਂ ਦਾ ਉਸ ਨੂੰ ਇਸਤੇਮਾਲ ਕਰਕੇ ਉਹਨੂੰ ਕੁਚਲਣ ਦਾ ਯਤਨ ਕੀਤਾ। ਲੇਕਿਨ ਜਦੋਂ ਦੇਖਿਆ ਕਿ ਉਸ ਦੀ ਚੜ੍ਹਤ ਨੂੰ ਰੋਕ ਨਹੀਂ ਸਕਿਆ, ਫਿਰ ਇਹੋ ਜਿਹੀਆਂ ਸਾਖੀਆਂ ਘੜੀਆਂ ਗਈਆਂ ਕਿ ਉਸ ਨੂੰ ਆਪਣਾ ਹੀ ਅੰਗ, ਆਪਣਾ ਹੀ ਹਿੱਸਾ ਪ੍ਰਚਾਰਨ ਦਾ ਯਤਨ ਕੀਤਾ, ਆਪਣੀ ਹੀ ਗਲਵਕੜੀ ਵਿੱਚ ਲੈ ਕੇ ਘੁੱਟ ਕੇ ਸੀ ਉਹ ਭਗਤ ਕਬੀਰ ਜੀ ਨਾਲ ਤੇ ਭਗਤ ਰਵਿਦਾਸ ਜੀ ਨਾਲ ਹੋਈ। ਭਗਤ ਰਵਿਦਾਸ ਜੀ ਵਾਸਤੇ ਕੁਝ ਜੋ ਸਾਖੀਆਂ ਸਨ ਉਹ ਬਾਅਦ ਦੇ ਵਿੱਚ ਭਗਤ ਮਾਲ ਦੇ ਲਿਖਾਰੀ ਨੇ ਜਾਂ ਹੋਰ ਲਿਖਾਰੀਆਂ ਨੇ ਘੜ ਕੇ ਪਾ ਦਿੱਤੀਆਂ, ਜਿਹਦੇ ਵਿੱਚ ਉਹਨਾਂ ਨੂੰ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਬ੍ਰਾਹਮਣ ਹੀ ਸਨ। ਪਹਿਲੀ ਗੱਲ ਕਿ ਉਹਨਾਂ ਦੇ ਨੀਚ ਘਰ ਵਿੱਚ ਜਨਮ ਹੋਣ ਨੂੰ ਇਹ ਸਾਖੀ ਨਾਲ ਜੋੜ ਦਿੱਤਾ ਗਿਆ ਕਿ ਉਹਨਾਂ ਨੇ ਆਪਣੇ ਪਿਛਲੇ ਜਨਮ ਵਿੱਚ ਮਾਸ ਖਾਧਾ, ਜਿਹਦੇ ਕਾਰਨ ਉਹਦਾ ਜਨਮ ਨੀਚ ਘਰ ਵਿੱਚ ਹੋਇਆ। ਦੂਜੀ ਸਾਖੀ ਜੋੜ ਦਿੱਤੀ ਗਈ ਕਿ ਪੁਰਾਣੇ ਜਨਮ ਦੇ ਚੇਲਾ ਸੀ, ਇਹ ਦਖਣਾ ਲਿਆ ਕੇ, ਮੰਗ ਕੇ ਲਿਆ ਕੇ ਉਸ ਨੂੰ ਜੋ ਸੀ ਲੰਗਰ ਛਕਾਇਆ ਕਰਦਾ ਸੀ। ਇੱਕ ਦਿਨ ਉਸ ਇਲਾਕੇ ਦੇ ਵਿੱਚ ਕੋਈ ਬਾਣੀਆ ਰੋਜ਼ ਉਸ ਵੇਲੇ ਭਗਤ ਜੀ ਨੂੰ ਕਹਿੰਦਾ, ਭਗਤ ਰਵਿਦਾਸ ਜੀ ਨੂੰ ਪਿਛਲੇ ਜਨਮ ਦੀ ਗੱਲ ਦੱਸ ਰਹੇ ਨੇ, ਉਸ ਲਿਖਾਰੀ ਨੇ ਜੋ ਲਿਖੀ ਹੈ, ਕਿ ਉਹਨਾਂ ਨੂੰ ਕਹਿੰਦਾ ਭਈ ਮੇਰੇ ਘਰੋਂ ਵੀ ਤੁਸੀਂ ਜੋ ਹੈ ਉਹ ਅੰਨ ਲੈ ਕੇ, ਰਸਤ ਪਾਣੀ ਲੈ ਕੇ ਜਾ ਕੇ ਉਹਨਾਂ ਨੂੰ ਲੰਗਰ ਛਕਾਓ। ਤੇ ਇੱਕ ਦਿਨ ਉਹ ਲੈ ਕੇ ਚਲੇ ਗਏ। ਰਾਤ ਨੂੰ ਜਦੋਂ ਰਾਮਾਨੰਦ ਬੁਲਾ ਕੇ ਚੇਲੇ ਨੂੰ ਭਈ ਰਸਤ ਕਿੱਥੋਂ ਆਈ, ਉਹਨੇ ਕਿਹਾ ਮੈਂ ਬਾਣੀਏ ਦੇ ਘਰੋਂ ਲਿਆਂਦੀ। ਕਹਿੰਦੇ ਜਾ ਕੇ ਉਹਦੇ ਕੋਲ ਪੁੱਛ, ਜਦੋਂ ਉਹਦੇ ਕੋਲ ਪੁੱਛਿਆ ਉਹਨੇ ਕਿਹਾ ਮੇਰਾ ਮਾਲਕ ਜੋ ਹੈ ਉਹ ਚਮਾਰ ਹੈ ਅਤੇ ਉਹ ਜੋ ਹੈ ਉਸੇ ਦਾ ਪੈਸਾ, ਉਸੇ ਦੀ ਤਨਖਾਹ ਮੈਨੂੰ ਲੱਭਦੀ ਹੈ, ਜਿਹਦੇ ਕਾਰਨ ਮੈਂ ਰਾਸ਼ਨ ਲਿਆ। ਤੇ ਕਹਿੰਦੇ ਨੇ ਜਦੋਂ ਜਾ ਕੇ ਰਾਮਾਨੰਦ ਨੂੰ ਇਹ ਗੱਲ ਦੱਸੀ ਗਈ ਤੇ ਉਹਨੇ ਸ਼ਰਾਪ ਦਿੱਤਾ, ਤੇਰਾ ਅਗਲਾ ਜਨਮ ਨੀਚ ਦੇ ਚਲਾਕੀ ਦੇ ਨਾਲ
ਇਹਨਾਂ ਨੂੰ ਮੁੜ ਕੇ ਬ੍ਰਾਹਮਣ ਸਿੱਧ ਕਰਨ ਦਾ ਯਤਨ ਕੀਤਾ, ਬ੍ਰਾਹਮਣ ਨੂੰ ਉੱਚਤਾ ਦੇਣ ਦਾ ਯਤਨ ਕੀਤਾ ਕਿ ਭਾਈ ਬ੍ਰਾਹਮਣ ਜੋ ਹੈ ਉਸਨੇ ਸ਼ਰਾਪ ਦੇ ਦਿੱਤਾ, ਤੇ ਫਿਰ ਨਾਲ ਇਹ ਵੀ ਦੱਸ ਦਿੱਤਾ ਕਿ ਜਨਮ ਜੋ ਸੀ ਉਹ ਨੀਚ ਦੇ ਘਰ ਵਿੱਚ ਛੱਡ ਦਿੱਤਾ, ਉਹਨੂੰ ਪਿਛਲੇ ਜਨਮ ਦਾ ਗਿਆਨ ਸੀ, ਮਾਂ ਦਾ ਦੁੱਧ ਨਾ ਪੀਵੇ। ਤੇ ਰਾਮਾਨੰਦ ਨੂੰ ਫਿਰ ਭਵਿੱਖਬਾਣੀ ਹੁੰਦੀ ਹੈ, ਉਹ ਭਗਤ ਰਾਮਾਨੰਦ ਜੀ ਆਉਂਦੇ ਨੇ, ਉਸ ਦੇ ਕੰਨ ਵਿੱਚ ਕੁਝ ਕਹਿੰਦੇ ਨੇ, ਉਸ ਨੂੰ ਆਪਣੇ ਪੈਰ ਧੋ ਕੇ ਪਾਣੀ ਪਿਲਾਉਂਦੇ ਨੇ ਕਿ ਭਾਈ ਤੂੰ ਇਸ ਦੁੱਧ ਨੂੰ ਪੀ ਲੈ, ਮੈਂ ਤੈਨੂੰ ਪ੍ਰਵਾਨ ਕਰ ਲੈਂਦਾ। ਕਿਤਨੀ ਵੱਡੀ ਚਲਾਕੀ ਜੋ ਇਹ ਇੱਥੇ ਵਰਤੀ ਗਈ ਇਸ ਸਾਖੀ ਦੇ ਅੰਦਰ। ਫਿਰ ਦੂਜੀ ਗੱਲ, ਉਹਨਾਂ ਨੂੰ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਗੰਗਾ ਮਈਆ ਦੇ ਪੁਜਾਰੀ ਸਨ, ਕਿਉਂਕਿ ਬ੍ਰਾਹਮਣ ਦਾ ਗੰਗਾ ਦੇ ਨਾਲ ਬਹੁਤ ਵੱਡਾ ਰਿਸ਼ਤਾ ਹੈ, ਤਕੜਾ ਰਿਸ਼ਤਾ ਹੈ। ਤੇ ਉਹਨਾਂ ਨੂੰ ਗੰਗਾ ਦਾ ਜੋ ਸੀ ਪੁਜਾਰੀ ਸਿੱਧ ਕਰਨ ਦਾ ਯਤਨ ਕੀਤਾ ਕਿ ਕੋਈ ਲੋਕੀ ਜੋ ਸਨ ਗੰਗਾ ਯਾਤਰਾ ਜਾ ਰਹੇ ਸਨ, ਉਹ ਇਹਨਾਂ ਦੇ ਕੋਲ ਜੁੱਤੀ ਗੰਢਵਾ ਲਈ। ਜਦੋਂ ਦਮੜੀ ਦਿੱਤੀ, ਇਹਨਾਂ ਨੇ ਕਿਹਾ ਦਮੜੀ ਗੰਗਾ ਨੂੰ ਦੇਣੀ, ਤੇ ਗੰਗਾ ਨੂੰ ਕਹਿਣਾ ਤੂੰ ਹੱਥ ਬਾਹਰ ਕੱਢ ਕੇ ਜੋ ਹੈ ਉਹ ਦਮੜੀ ਪਕੜੇਗੀ ਗੰਗਾ ਮਈਆ। ਉਸ ਸਾਖੀ ਨੂੰ ਵੀ ਜੋੜ ਦਿੱਤਾ ਕਿ ਇਹ ਬਹੁਤ ਵੱਡੇ ਗੰਗਾ ਦੇ ਪੁਜਾਰੀ ਸਨ। ਫਿਰ ਇਸੇ ਦੇ ਨਾਲ ਅਗਲੀਆਂ ਸਾਖੀਆਂ ਜੋੜ ਦਿੱਤੀਆਂ ਗਈਆਂ ਕਿ ਇਹਨਾਂ ਦੇ ਘਰ ਪਰਮਾਤਮਾ ਆਪ ਜੋ ਸੀ ਆ ਕੇ ਪਾਰਸ ਦੇਖ ਕੇ ਚਲਾ ਗਿਆ। ਪਾਰਸ ਉੱਥੇ ਹੀ ਪਿਆ ਰਿਹਾ ਜਿੱਥੇ ਬੈਠ ਕੇ ਇਹ ਆਸਣ ਦੇ ਉੱਤੇ ਭਗਤੀ ਕਰਿਆ ਕਰਦੇ ਸਨ। ਉੱਥੇ ਵਾਸੁਦੇਵ ਆ ਕੇ ਮੋਹਰਾਂ ਛੱਡਦਾ ਸੀ। ਇਹਨਾਂ ਨੇ ਕਿਹਾ ਮੈਂ ਭਗਤੀ ਨਹੀਂ ਕਰਨੀ, ਜੇ ਕਿਤੇ ਮੈਨੂੰ ਇੱਥੇ ਵੀ ਮੋਹ ਪਾਇਆ ਜਾ ਰਿਹਾ। ਫਿਰ ਪਰਮਾਤਮਾ ਸੁਪਨੇ ਵਿੱਚ ਆਇਆ, ਉਸਨੇ ਕਿਹਾ ਭਈ ਇਹ ਦਮੜੀ ਜੋ ਮਾਇਆ ਅਸੀਂ ਤੈਨੂੰ ਛੱਡ ਰਹੇ ਹਾਂ, ਇਹ ਤੂੰ ਭਲੇ ਕੰਮ ਵਿੱਚ ਲਾ, ਧਰਮ ਦੇ ਕੰਮ ਵਿੱਚ ਲਾ। ਉਹਨਾਂ ਨੇ ਧਰਮ ਦੇ ਕੰਮ ਵਿੱਚ ਲਾਉਣੀ ਸ਼ੁਰੂ ਕੀਤੀ। ਉਹਨਾਂ ਨੇ ਜੋ ਸਨ ਆਸ਼ਰਮ ਬਣਾਉਣੇ ਸ਼ੁਰੂ ਕੀਤੇ। ਇਸ ਤਰੀਕੇ ਦੀਆਂ ਜੋ ਸਾਖੀਆਂ ਸਨ ਉਹਨਾਂ ਨੂੰ ਜੋੜਨ ਦਾ ਯਤਨ ਕੀਤਾ ਕਿ ਅਸਲ ਵਿੱਚ ਭਗਤ ਜੀ ਜੋ ਨੇ ਉਹ ਸੱਚ ਕਰਕੇ ਬ੍ਰਾਹਮਣ ਹੀ ਸਨ, ਕੋਈ ਵੱਖਰੇ ਨਹੀਂ। ਫਿਰ ਰਾਜੇ ਦੇ ਕੋਲ ਸ਼ਿਕਾਇਤ ਦੀ ਸਾਖੀ ਜੋੜ ਦਿੱਤੀ ਗਈ ਕਿ ਭਈ ਇਹ ਮੂਰਤੀ ਪੂਜਾ ਕਰਦਾ ਹੈ ਤੇ ਇਸ ਨੂੰ ਹੱਕ ਕੋਈ ਨਹੀਂ, ਇਹ ਛੋਟੀ ਜ਼ਾਤ ਦਾ ਹੈ, ਇਹ ਹੱਕ ਤਾਂ ਬ੍ਰਾਹਮਣ ਦਾ ਹੈ। ਬੁਲਾਇਆ ਗਿਆ, ਤਲਬ ਕੀਤਾ ਗਿਆ। ਜਦੋਂ ਆਏ ਨੇ ਤੇ ਰਾਜੇ ਨੇ ਸ਼ਰਤ ਰੱਖ ਲਈ ਕਿ ਪਾਣੀ ਦੇ ਵਿੱਚ ਤੁਸੀਂ ਆਪਣੀਆਂ ਮੂਰਤੀਆਂ ਛੱਡੋ, ਜਿਹਦੀ ਮੂਰਤੀ ਤੈਰ ਜਾਏਗੀ, ਜਿਹਦੀ ਉਸ ਨੂੰ ਅਸੀਂ ਸੱਚਾ ਭਗਤ ਮੰਨਾਂਗੇ। ਤੇ ਕਹਿੰਦੇ ਨੇ ਇਹਨਾਂ ਨੇ ਆਪਣੀ ਮੂਰਤੀ ਉੱਥੇ ਰੱਖੀ, ਤੇ ਜਦੋਂ ਭਗਤ ਜੀ ਬਾਕੀਆਂ ਦੀਆਂ ਮੂਰਤੀਆਂ ਡੁੱਬ ਗਈਆਂ, ਭਗਤ ਜੀ ਦੀ ਮੂਰਤੀ ਤਰਨਾ ਸ਼ੁਰੂ ਹੋ ਗਈ। ਤੇ ਫਿਰ ਉਸ ਵੇਲੇ ਜਿਹੜਾ ਰਾਜਾ ਸੀ ਉਹ ਭਗਤ ਜੀ ਨੇ ਇਸ਼ਾਰਾ ਕਰਕੇ ਮੂਰਤੀ ਨੂੰ ਕਿਹਾ ਭਈ ਅਸੀਂ ਘਰ ਚਲੀਏ। ਉਹ ਆ ਕੇ ਉਹਨਾਂ ਦੀ ਤਲੀ ਦੇ ਉੱਤੇ ਬੈਠ ਗਈ। ਸਿੱਧ ਕਰਨ ਦਾ ਯਤਨ ਕੀਤਾ ਇਹ ਮੂਰਤੀ ਪੂਜਕ ਸਨ। ਫਿਰ ਅਗਲੀ ਗੱਲ ਕਿ ਚਿਤੌੜਗੜ੍ਹ ਦੇ ਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਉਸਨੇ ਭਗਤ ਜੀ ਨੂੰ ਬੁਲਾ ਲਿਆ। ਫਿਰ ਉੱਥੇ ਜੋ ਸੀ ਇੱਕ ਰਾਜਾ ਸੀ, ਉਸਨੇ ਕਿਹਾ ਭਈ ਜਿਵੇਂ ਤੁਹਾਡੇ ਹੱਥ ਦੇ ਉੱਤੇ ਮੂਰਤੀ ਆਈ, ਸਾਡੇ ਮੰਦਿਰ ਚੋਂ ਨਿਕਲ ਕੇ ਬਾਹਰ ਆਵੇ ਤੇ ਆ ਕੇ ਅਸੀਂ ਕਾਸਨ ਲਾਇਆ ਉਹਦੇ ਉੱਤੇ ਬੈਠ ਜਾਵੇ। ਤੇ ਭਗਤ ਜੀ ਨੇ ਆਵਾਜ਼ ਮਾਰੀ ਮੂਰਤੀ ਨੂੰ, ਤੇ ਮੂਰਤੀ ਉੱਠ ਕੇ ਉੱਥੋਂ ਬਾਹਰ ਆ ਗਈ ਤੇ ਆ ਕੇ ਆਸਨ ਤੇ ਬੈਠ ਗਈ। ਕਹਿਣ ਤੋਂ ਭਾਵ ਇਹੋ ਜਿਹੀਆਂ ਜੋ ਸਾਖੀਆਂ ਕਰਕੇ ਜੋੜ ਕੇ ਉਸ ਭਗਤ ਨੂੰ, ਜਿਸ ਭਗਤ ਨੂੰ ਸੰਸਾਰ ਦੇ ਅੰਦਰ ਕਿਸੇ ਕਿਸਮ ਦਾ ਸਤਿਕਾਰ ਨਹੀਂ ਸੀ ਦਿੱਤਾ ਗਿਆ, ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਭਗਤ ਜੀ ਜੋ ਸਨ ਉਹ ਕੇਵਲ ਤੇ ਕੇਵਲ ਮੂਰਤੀ ਪੂਜਕ ਸਨ, ਉਹ ਬ੍ਰਾਹਮਣ ਸਨ, ਉਹ ਗੰਗਾ ਦੇ ਪੁਜਾਰੀ ਸਨ। ਤੇ ਇਹੋ ਜਿਹੀਆਂ ਸਾਖੀਆਂ ਜੋੜਨ ਦੇ ਪਿੱਛੇ ਮਕਸਦ ਕੇਵਲ ਇਹ ਸੀ ਕਿ ਭਗਤ ਜੀ ਨੂੰ ਕਿਸੇ ਕੇ ਨਾ ਮਿਲੇ ਕਿ ਉਹਨਾਂ ਨੇ ਬੰਦਗੀ ਕੀਤੀ, ਬੰਦਗੀ ਕਰਨ ਕਾਰਨ ਉਹ ਜੋ ਭਗਤ ਬਣੇ ਨੇ, ਬਲਕਿ ਇਹ ਸਾਬਤ ਕੀਤਾ ਜਾਵੇ ਕਿ ਉਹ ਅਸਲ ਵਿੱਚ ਗੰਗਾ ਦੇ ਹੀ ਪੁਜਾਰੀ ਸਨ, ਉਹ ਕਰਮਕਾਂਡੀ ਸਨ। ਇਹ ਨਾ ਕਿਤੇ ਸੰਸਾਰ ਦੇ ਸਾਹਮਣੇ ਆਵੇ ਕਿ ਉਹਨਾਂ ਨੇ ਬ੍ਰਾਹਮਣ ਦੇ ਕਰਮਕਾਂਡ ਜੋ ਸਨ ਉਹਨਾਂ ਦਾ ਪਖੰਡਾਂ ਦਾ ਜੋ ਵਿਰੋਧਤਾ ਕੀਤੀ। ਗੁਰਮਤ ਵਿੱਚ ਗੁਰਬਾਣੀ ਦੇ ਗੁਰਮਤ ਅਨੁਸਾਰ ਹੋਣ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ 16 ਰਾਗਾਂ ਵਿੱਚ 40 ਸ਼ਬਦ ਭਗਤ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਅਤੇ ਉਹਨਾਂ ਦੇ ਜਦੋਂ ਅਸੀਂ ਉਪਦੇਸ਼ਾਂ ਨੂੰ ਪੜ੍ਹਦੇ ਹਾਂ, ਉਹ ਉਪਦੇਸ਼ ਨੇ ਕਿ ਮਨੁੱਖਾ ਜੀਵਨ ਦਾ ਮਨੋਰਥ ਨਿਰਾਕਾਰ ਪ੍ਰਭੂ ਭਗਤੀ ਹੀ ਕਰਨੀ ਹੈ। ਉਹਨਾਂ ਨੇ ਲੋਕਾਈ ਨੂੰ, ਮਨੁੱਖਤਾ ਨੂੰ ਸ਼ਬਦ ਰਾਹੀਂ ਗਿਆਨ ਦੇਣ ਦਾ ਯਤਨ ਕੀਤਾ ਕਿ ਸਾਡੇ ਜੀਵਨ ਦਾ ਮਨੋਰਥ ਕੇਵਲ ਭਗਤੀ ਹੈ। ਦੁਰਲਭ ਦੇ ਪੁਨ ਫਲ ਪਾਇਓ, ਬੇਥਾ ਜਾਤ ਅਬਿਵੇਕੈ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਭਗਤੀ ਤੋਂ ਬਿਨਾ ਜੇ ਕਿਤੇ ਕਿਸੇ ਕੋਲ ਰਾਜੇ ਇੰਦਰ ਵਰਗਾ ਆਸਨ ਵੀ ਹੋਵੇ ਤੇ ਕਹਿੰਦੇ ਨੇ ਭਾਈ ਕਿਸੇ ਕੰਮ ਦਾ ਨਹੀਂ। ਤ੍ਰਿਗਤ ਜੋੜ ਅਚੇਤ ਸੰਭਵ, ਪੁਨ ਪਾਪ ਅਸੋਚ, ਮਾਨੁਖਾ ਅਵਤਾਰ ਦੁਰਲਭ, ਤੇਈ ਸੰਗਤ ਪਹੁੰਚ। ਕਹਿੰਦੇ ਨੇ ਭਾਈ ਫਿਰ ਪਸ਼ੂਆਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਤੇ ਕੋਈ ਨਹੀਂ ਰਿਹਾ। ਜੇ ਕਿਤੇ ਅਸੀਂ ਭਗਤੀ ਨਹੀਂ ਕੀਤੀ ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦਾ ਨਾਮ ਸਮਾਰ ਸਵੇਰਾ। ਕਿ ਆ ਮਨੁੱਖ ਤੂੰ ਸੰਸਾਰ ਦੇ ਅੰਦਰ ਆਇਆ ਹੈ, ਬੰਦਗੀ ਕਰ, ਉਸ ਪਰਮਾਤਮਾ ਨੂੰ ਚੇਤੇ ਕਰ। ਬੰਦਗੀ ਹੀ ਜੀਵਨ ਦਾ ਮਨੋਰਥ ਹੈ। ਉਹਨਾਂ ਕਿ ਪਰਮਾਤਮਾ ਜੋ ਹੈ ਉਹ ਘਟ ਦੇ ਵਿੱਚ ਵਸ ਰਿਹਾ ਹੈ, ਹਰ ਜੀਵ ਦੇ ਅੰਦਰ ਵਸ ਰਿਹਾ ਹੈ ਤੇ ਉਹ ਸਰਬ ਵਿਆਪਕ ਹੈ। ਕਿਤੇ ਭੁਲੇਖੇ ਅੰਦਰ ਨਾ ਰਵੀ ਕਿ ਭਈ ਪਰਮਾਤਮਾ ਤੇਰੇ ਅੰਦਰ ਹੈ, ਕਿਸੇ ਹੋਰ ਅੰਦਰ ਨਹੀਂ। ਕਿਸੇ ਇੱਕ ਥਾਂ ਧਾਰਮਿਕ ਸਥਾਨ ਦੇ ਉੱਤੇ ਹੈ, ਦੂਜੀ ਥਾਂ ਦੇ ਉੱਤੇ ਨਹੀਂ। ਪਰਮਾਤਮਾ ਹਰ ਪਾਸੇ ਹੈ। ਜਿਵੇਂ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ ਕਿ ਉਹ ਪਰਮਾਤਮਾ ਘਟ ਮੇ ਹਰ ਜੂ ਬਸੈ, ਹਰ ਚੀਜ਼ ਦੇ ਅੰਦਰ ਵਸਦਾ ਹੈ। ਉਸੇ ਗੁਰਮਤਿ ਦੇ ਸਿਧਾਂਤ ਨੂੰ ਭਗਤ
जी दृढ़ करा रहे ने, सर्बे एक अनेक है स्वामी, सब घट भगवै सोई, कह रविदास हाथ पे नेरै सहजे होए सो होई। कहते ने भाई हर एक चीज दे विच है, तेरे बिल्कुल नजदीक है। फिर उस सिद्धांत ਨੂੰ ਹੋਰ ਸਪਸ਼ਟ ਕਰਦੇ ਨੇ ਕਿ ਉਹ ਪ੍ਰਭੂ ਪਰਮਾਤਮਾ ਸਾਡਾ ਸਾਰਿਆਂ ਦਾ ਦਾਤਾ ਹੈ, ਜੋ ਗੁਰਮਤ ਦਾ ਫਲਸਫਾ ਸੀ। ਕਿਉਂਕਿ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਗਈ ਹੈ ਉਹ ਪੂਰਨ ਤੌਰ ਦੇ ਉੱਤੇ ਗੁਰਮਤ ਅਨੁਸਾਰ ਸੀ। ਗੁਰੂ ਪਾਤਸ਼ਾਹ ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪ੍ਰਭੂ ਪਰਮਾਤਮਾ ਸਾਡੇ ਸਾਰਿਆਂ ਦਾ ਦਾਤਾ ਹੈ। ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਤੇਨ ਬਸ ਜਾਕੇ, ਚਾਰ ਪਦਾਰਥ ਅਸ਼ਟ ਮਹਾਸਿਧ ਨਵਨਿਤ ਕਰ ਤਲ ਤਾਂਕੇ। ਕਿ ਭਾਈ ਉਹ ਪਰਮਾਤਮਾ ਬਹੁਤ ਸਮਰੱਥ ਹੈ, ਉਹ ਦਾਤਾ ਹੈ, ਉਹਦੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਉਹਦੀ ਪਹੁੰਚ ਤੋਂ ਬਾਹਰ ਹੈ। ਸਤਿਗੁਰੂ ਪਾਤਸ਼ਾਹ ਦਾ ਵੀ ਸਿਧਾਂਤ ਇਹੋ ਸੀ ਕਿ ਭਾਈ ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਤੁਧ ਜੀਵੜ ਦਾਤਾ ਅਵਰ ਨਾ ਕੋਈ ਲਵੈ ਨਾ ਕੋਈ ਲਾਵਣਿਆ। ਇਹ ਮਨੁੱਖ ਥਾਂ ਥਾਂ ਦੇ ਉੱਤੇ ਭਟਕਣਾ, ਉਹ ਪਰਮਾਤਮਾ ਜੋ ਤੂੰ ਲੱਭੇਗਾ, ਜੋ ਚੀਜ਼ ਸਮਝੇਗਾ। ਸਤਿਗੁਰੂ ਪਾਤਸ਼ਾਹ ਭਗਤ ਜੀ ਤਾਂ ਇਹ ਸਮਝਾ ਰਹੇ ਸਨ ਭਾਈ ਸੁੱਖਾਂ ਦਾ ਸਾਗਰ ਹੈ, ਉਹ ਚਿੰਤਾਮਣੀ ਹੈ, ਉਹ ਕਾਮਤੇਨ ਹੈ, ਉਹਦੇ ਵਿੱਚ ਕਾਮਤੇਨ ਵੀ ਉਹਦੇ ਵਸ ਵਿੱਚ ਹੈ। ਸਭ ਕੁਝ ਉਸ ਪਰਮਾਤਮਾ ਦੇ ਵਸ ਵਿੱਚ ਹੈ, ਚਾਹੇ ਉਹ ਚਿੰਤਾਮਣੀ ਹੈ, ਚਾਹੇ ਉਹ ਕੁਝ ਵੀ ਹੈ। ਜੋ ਚੀਜ਼ਾਂ ਮਨੁੱਖ ਨੇ ਸਮਝੀਆਂ ਸੁੱਖਾਂ ਦੇ ਵਾਸਤੇ ਨੇ, ਉਹ ਸਾਰੀਆਂ ਪਰਮਾਤਮਾ ਦੇ ਹੱਥ ਅੰਦਰ ਨੇ। ਚਾਰ ਪਦਾਰਥ ਨੇ, ਪਾਤਸ਼ਾਹ ਕਹਿੰਦੇ ਭਾਈ 18 ਸਿੱਧੀਆਂ ਉਹਦੇ ਵਸ ਵਿੱਚ ਨੇ, ਉਹ ਤਾਂ ਹੱਥ ਦੇ ਉੱਤੇ ਨੇ ਉਹਦੀ, ਜਿਹਨੂੰ ਉਹ ਚਾਹੇਗਾ ਦੇ ਦੇਵੇਗਾ। ਇੰਨਾ ਵੱਡਾ ਦਾਤਾ ਹੈ। ਤੇ ਗੁਰਮਤ ਦਾ ਵੀ ਇਹੋ ਸਿਧਾਂਤ ਸੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਭਗਤ ਜੀ ਨੇ ਇਹੋ ਵਿਸ਼ਵਾਸ ਦਿਵਾਇਆ ਕਿ ਪਰਮਾਤਮਾ ਸਭ ਦਾ ਦਾਤਾ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਪਰਮਾਤਮਾ ਦੇ ਜੀਵਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ, ਇਹ ਗੱਲ ਸਾਨੂੰ ਦ੍ਰਿੜ ਕਰਵਾਈ ਜਾਂਦੀ ਹੈ ਗੁਰਮਤ ਅਨੁਸਾਰ। ਤੇ ਸਤ ਭਗਤ ਜੀ ਵੀ ਇਹੋ ਗੱਲ ਕਹਿੰਦੇ ਨੇ ਕਿ ਭਈ ਪਰਮਾਤਮਾ ਹਰ ਜੀਵ ਦੇ ਅੰਦਰ ਹੈ। ਇਹ ਜੋ ਅਸੀਂ ਸੰਸਾਰ ਦੇ ਅੰਦਰ ਜੋ ਦੇਖ ਰਹੇ ਹਾਂ ਇਹ ਪਰਮਾਤਮਾ ਦਾ ਹੀ ਸਰੂਪ ਹੈ, ਇਹ ਪਰਮਾਤਮਾ ਤੋਂ ਵੱਖ ਨਹੀਂ। ਜਿਵੇਂ ਸੋਨੇ ਤੋਂ ਬਸ ਬਣਾਏ ਹੋਏ ਸੋਨੇ ਦੇ ਗਹਿਣੇ ਵੱਖ ਨਹੀਂ, ਜਿਵੇਂ ਸਮੁੰਦਰ ਤੋਂ ਸਮੁੰਦਰ ਦੀਆਂ ਲਹਿਰਾਂ ਵੱਖ ਨਹੀਂ, ਬਿਲਕੁਲ ਇਸੇ ਤਰੀਕੇ ਦੇ ਨਾਲ ਪਰਮਾਤਮਾ ਤੇ ਪਰਮਾਤਮਾ ਦੀ ਰਚਨਾ ਸਭ ਕੁਝ ਇੱਕੋ ਹੈ। ਕਿੰਨੇ ਵਿਸ਼ਵਾਸ ਦੇ ਨਾਲ ਭਗਤ ਜੀ ਸਿਧਾਂਤ ਦੇ ਕੇ ਸਾਨੂੰ ਸਮਝਾ ਰਹੇ ਨੇ, ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਿ ਆ ਭਾਈ ਮਨੁੱਖ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਕਰਿਆ, ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ ਕਿਹੜਾ ਅੰਤਰ ਹੈ, ਕਿਹੜਾ ਫਰਕ ਹੈ। ਬਿਲਕੁਲ ਜਿਵੇਂ ਸੋਨੇ ਦਾ ਬਣਿਆ ਹੋਇਆ ਕੜਾ ਹੋਵੇ, ਬਿਲਕੁਲ ਉਸੇ ਤਰੀਕੇ ਦੇ ਨਾਲ ਸੋਨੇ ਤੇ ਕੜੇ ਵਿੱਚ ਕੋਈ ਫਰਕ ਨਹੀਂ। ਪਾਣੀ ਦੇ ਸਮੁੰਦਰ ਤੇ ਸਮੁੰਦਰ ਦੀ ਤਰੰਗ ਲਹਿਰ ਦੇ ਅੰਦਰ ਕੋਈ ਫਰਕ ਨਹੀਂ। ਗੁਰਮਤ ਦਾ ਵੀ ਸਿਧਾਂਤ ਹੈ, ਹਰ ਹਰ ਜਨ ਏਕ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਏ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਏ। ਗੁਰੂ ਪਾਤਸ਼ਾਹ ਨੇ ਜੋ ਸਿਧਾਂਤ ਸਾਨੂੰ ਦਿੱਤਾ, ਉਹੀਓ ਗੱਲ ਭਗਤ ਜੀ ਆਪਣੀ ਬਾਣੀ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਭਾਈ ਮਨੁੱਖ ਰੱਬ ਦੇ ਵਿੱਚ ਤੇ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਅੰਦਰ ਕੋਈ ਫਰਕ ਨਹੀਂ। ਤੇ ਫਿਰ ਇਹ ਫਰਕ ਲੱਗਦਾ ਕਿਉਂ ਹੈ, ਦੂਰੀ ਬਣਦੀ ਕਿਉਂ ਹੈ? ਜਦੋਂ ਹੰਕਾਰ ਆਉਂਦਾ ਹੈ। ਮੇਲ ਦੇ ਵਿੱਚ ਰੁਕਾਵਟ ਅਹੰਕਾਰ ਹੈ। ਤੇ ਇਹ ਗੱਲ ਭਗਤ ਜੀ ਸਮਝਾ ਰਹੇ ਨੇ ਕਿ ਭਾਈ ਤੇਰਾ ਪਰਮਾਤਮਾ ਦੇ ਨਾਲ ਨਾ ਮੇਲ ਹੋਣ ਦਾ ਕਾਰਨ ਕੀ ਹੈ? ਜਦੋਂ ਮੈਂ ਹੈ, ਜਬ ਹਮ ਹੋਤੇ ਤਬ ਤੁਮ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਦੋਂ ਆਪਣੇ ਅੰਦਰੋਂ ਮੈਂ ਕੱਢ ਦਿੱਤੀ ਤੇ ਫਿਰ ਪ੍ਰਮਾਤਮਾ ਆ ਕੇ ਵਸਦਾ। ਜਦੋਂ ਪ੍ਰਮਾਤਮਾ ਆ ਕੇ ਵਸ ਜਾਂਦਾ ਹੈ ਤੇ ਫਿਰ ਕਹਿੰਦੇ ਨੇ ਭਾਈ ਉਸ ਵੇਲੇ ਇੱਕ ਗੱਲ ਚੇਤੇ ਰੱਖੀ, ਉਸ ਵੇਲੇ ਮੈਂ ਨੂੰ ਥਾਂ ਨਹੀਂ ਲੱਭਦੀ। ਉਸ ਵੇਲੇ ਫਿਰ ਕਹਿੰਦਾ ਤੁਮ ਚੰਦਨ ਹਮ ਇਰੰਡ ਵਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੁਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਨਿਰਗੁਣ ਤੁਮ ਉਪਕਾਰੀ। ਉਸ ਵੇਲੇ ਹੰਕਾਰ ਮਿਟ ਜਾਂਦਾ ਹੈ। ਉਸ ਵੇਲੇ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਮੈਂ ਨਿਰਗੁਣ ਹਾਂ, ਤੁਸੀਂ ਉਪਕਾਰੀ ਹੋ। ਤੁਸੀਂ ਜੋ ਹੈ ਅਸੀਂ ਨੀਚ ਰੁਖ ਹਾਂ, ਤੁਸੀਂ ਉੱਚੇ ਹੋ। ਅਕਾਲ ਪੁਰਖ ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰੋ। ਕਹਿੰਦੇ ਨੇ ਇਹ ਫਿਰ ਉਸ ਵੇਲੇ ਬਣਦੀ ਅਵਸਥਾ ਜਦੋਂ ਅੰਦਰੋਂ ਦੀ ਹੰਕਾਰ ਮਿਟਦਾ ਹੈ, ਜਦੋਂ ਨੇੜਤਾ ਬਣਦੀ ਹੈ। ਤੇ ਫਿਰ ਭਗਤ ਜੀ ਕਹਿੰਦੇ ਪ੍ਰਭੂ ਜੋ ਹੈ ਉਹ ਸਰਬ ਸਮਰੱਥ ਹੈ, ਉਹ ਨੀਵਿਆਂ ਨੂੰ ਉੱਚਾ ਕਰਦਾ ਹੈ। ਦੁਨੀਆ ਦਾ ਕੋਈ ਬਾਦਸ਼ਾਹ ਕਿੰਨਾ ਵੀ ਕਿਸੇ ਨੀਵੇਂ ਨੂੰ ਉੱਚਾ ਕਰਨ ਦਾ ਯਤਨ ਕਰੇ, ਉਹ ਉਚਾਈ ਤੇ ਨਹੀਂ ਪੁਜਾ ਸਕਦਾ। ਪਰ ਉਹ ਪ੍ਰਮਾਤਮਾ ਚਾਹੇ ਤਾਂ ਕਿਸੇ ਵੀ ਨੀਚ ਨੂੰ ਸਦੀਵੀ ਪਾਤਸ਼ਾਹੀ ਦੇ ਦਿੰਦਾ। ਭਗਤ ਜੀ ਬਖਸ਼ਿਸ਼ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥਾ ਛਤਰ ਧਰੈ, ਜਾਂਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਸਤਿਗੁਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜਿਹਦੀ ਛੋਹ ਦੇ ਨਾਲ ਲੋਕੀ ਆਪਣੇ ਆਪ ਨੂੰ ਭਿਟਰਾਜ ਸਮਝ ਜਾਂਦੇ ਸਨ, ਉਹਨੂੰ ਉੱਚਾ ਚੁੱਕਣ ਵਾਲਾ ਤੂੰ ਹੈ, ਉਹਨੂੰ ਬਖਸ਼ਿਸ਼ ਕਰਨ ਵਾਲਾ ਤੂੰ ਹੈ। ਤੂੰ ਚਾਹਵੇਂ ਤੈਨੂੰ ਉੱਚਾ ਕਰ ਲੈਂਦਾ ਹੈ। ਨੀਚੋਂ ਨੀਚਾ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਪ੍ਰਮਾਤਮਾ ਕਿਸੇ ਤੋਂ ਡਰਨ ਵਾਲਾ ਨਹੀਂ, ਉਹ ਨੀਚ ਨੂੰ ਉੱਚਾ ਕਰ ਦਿੰਦਾ ਹੈ
ਤੇ ਫਿਰ ਬੜੀ ਸੁੰਦਰ ਮਿਸਾਲ ਦਿੱਤੀ, ਨਾਮਦੇਵ ਕਬੀਰ ਤਿਲੋਚਨ ਸਦਨਾ ਸੈਣ ਤਰੈ, ਕਹਿ ਰਵਿਦਾਸ ਸੁਨੋਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਕਹਿ ਲਗੇ ਦੇਖ ਭਾਈ, ਕਿਸੇ ਉੱਚੇ ਦੀ ਗੱਲ ਨਹੀਂ ਕੀਤੀ, ਨਾਮਦੇਵ ਛਿਪੇ ਦੀ ਗੱਲ ਕੀਤੀ, ਕਬੀਰ ਜੋ ਸਨ ਜੁਲਾਈ ਦੀ ਗੱਲ ਕੀਤੀ, ਤਿਲੋਚਨ ਭਗਤ ਜੀ ਦੀ ਗੱਲ ਕੀਤੀ, ਸਦਨੇ ਕਸਾਈ ਦੀ ਗੱਲ ਕੀਤੀ, ਸੈਣ ਨਾਈ ਦੀ ਗੱਲ ਕੀਤੀ, ਕਿ ਦੇਖੇ ਨੀਚ ਜਾਤ ਦੇ ਵੀ ਉਸ परमात्मा ਦਾ ਨਾਮ ਜਪ ਕੇ परमात्मा ਨੇ ਉੱਤਮ ਬਣਾ ਦਿੱਤੇ ਨੇ। ਭਾਈ ਮਨੁੱਖ ਤੂੰ ਕਿਉਂ ਨਹੀਂ ਬਣੇਗਾ? ਅੱਜ ਅਸੀਂ ਦੇਖ ਰਹੇ ਹਾਂ ਸਮਾਜ ਦੇ ਅੰਦਰ ਕਿ ਠੀਕ ਹੈ, ਕਿਸੇ ਨੇ ਕਿਸੇ ਨੀਚ ਨੂੰ ਆਪਣੇ ਪੋਲੀਟੀਕਲ ਫਾਇਦੇ ਦੇ ਵਾਸਤੇ ਕਿਸੇ ਉੱਚੀ ਥਾਂ ਬਿਠਾ ਤੇ ਦਿੱਤਾ, ਲੇਕਿਨ ਜਦੋਂ ਉਹ ਕਿਸੇ ਮੰਦਿਰ ਦੇ ਅੰਦਰ ਗਿਆ ਉਹਨੂੰ ਪੌੜੀਆਂ ਤੇ ਬਿਠਾ ਦਿੱਤਾ। ਭਾਰਤ ਦਾ ਰਾਸ਼ਟਰਪਤੀ ਨਹੀਂ ਜਾਣ ਦਿੱਤਾ, ਲੀਡਿੰਗ ਨਿਊਜ਼ ਸੀ ਉਸ ਵੇਲੇ ਦੀਆਂ ਅਖਬਾਰਾਂ ਦੀ, ਪਰ ਬਦਕਿਸਮਤੀ ਹੈ ਕਿ ਮੀਡੀਆ ਖਰੀਦਿਆ ਹੋਇਆ ਹੋਣ ਕਾਰਨ ਸੱਚਾਈ ਨੂੰ ਦੁਨੀਆ ਤੱਕ ਨਹੀਂ ਲੈ ਕੇ ਆ ਰਿਹਾ। ਕਿਸੇ ਨੂੰ ਉਹਨੂੰ ਬਰਾਬਰਤਾ ਨਹੀਂ ਦਿੱਤੀ ਕਿ ਭਾਈ ਤੈਨੂੰ ਅਸੀਂ ਮੰਦਿਰ ਅੰਦਰ ਜਾਣ ਦਿਆਂਗੇ, ਬਾਹਰ ਕੱਢ ਦਿੱਤਾ। ਇਹ ਗੱਲ ਭਗਤ ਨਾਮਦੇਵ ਜੀ ਦੇ ਨਾਲ ਨਹੀਂ ਹੋਈ, ਇਹ ਅੱਜ ਵੀ ਹਰ ਥਾਂ ਤੇ ਹੋ ਰਹੀ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ, ਬਰਾਬਰਤਾ ਨਹੀਂ ਕੋਈ ਦਿੰਦਾ, ਉੱਚਾ ਨਹੀਂ ਕੋਈ ਬਣਾ ਸਕਦਾ। ਫਿਰ ਜੇ ਕਿਤੇ ਦੇਖੀਏ ਰਾਮ ਮੰਦਿਰ ਦਾ ਸ਼ਿਲਾਨਿਆਸ ਹੋ ਰਿਹਾ ਹੈ ਤੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬੁਲਾਇਆ ਗਿਆ, ਉਹਨੂੰ ਨਹੀਂ ਬੁਲਾਇਆ ਗਿਆ, ਕਾਰਨ ਤੂੰ ਨੀਚ ਜਾਤ ਦਾ ਹੈ। ਪਰ ਭਗਤ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਗਰੀਬ ਨਵਾਜ ਹੋ, ਤੁਹਾਡੇ ਵਰਗਾ ਕੋਈ ਨਹੀਂ, ਨੀਚਾ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਕਿਸੇ ਤੋਂ ਨਹੀਂ ਡਰਦਾ, ਉਹ ਨੀਚ ਨੂੰ ਉੱਚਾ ਕਰ ਲੈਂਦਾ ਹੈ। ਫਿਰ ਉਹਨਾਂ ਦਾ ਸਿਧਾਂਤ ਹੈ ਪ੍ਰਭੂ ਭਗਤ ਦੀ ਅਵਸਥਾ ਸਭ ਤੋਂ ਉੱਤਮ ਹੈ, ਕੋਈ ਵੀ ਇਸ ਦੀ ਬਰਾਬਰਤਾ ਨਹੀਂ ਕਰ ਸਕਦਾ। ਕਿ ਜਿਹੜਾ ਪ੍ਰਭੂ ਭਗਤੀ ਕਰਨ ਵਾਲਾ ਹੋਵੇ ਉਸ ਦੀ ਅਵਸਥਾ ਸੰਸਾਰ ਦੇ ਅੰਦਰ ਸਭ ਤੋਂ ਉੱਤਮ ਹੈ। ਕੋਈ ਕਿਤਨਾ ਵੀ ਇਨਫਲੂਐਂਸ਼ੀਅਲ ਕਿਉਂ ਨਾ ਹੋਵੇ, ਕਿਤਨੇ ਵੀ ਵੱਡੇ ਰੁਤਬੇ ਦਾ ਮਾਲਕ ਕਿਉਂ ਨਾ ਹੋਵੇ, ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਭਗਤ ਬਰਾਬਰ ਨਹੀਂ ਹੋ ਸਕਦਾ। ਉਹ ਬਖਸ਼ਿਸ਼ ਕਰਦੇ ਨੇ, ਜੈ ਕੁਲ ਸਾਧ ਬੈਸਨੋ ਹੋਏ, ਬਰਨ ਅਵਰਨ ਰੰਕ ਨਹੀਂ ਈਸ਼ਰ, ਬਿਮਲ ਬਾਸ ਜਾਣੀਐ ਜਗ ਸੋਏ। ਕਹਿੰਦੇ ਨੇ ਭਾਈ ਉਹਦੀ ਅਵਸਥਾ, ਉਹ ਕਿਹੜੀ ਕੁਲ ਚੋਂ ਆਇਆ ਹੈ, ਉਹਦੀ ਮਾਇਕ ਹਾਲਤ ਕੀ ਹੈ, ਇਸ ਨੂੰ ਕੋਈ ਨਹੀਂ ਦੇਖਦਾ। ਉਹ ਸਾਰੇ ਸੰਸਾਰ ਦੇ ਅੰਦਰ ਉਹਦੀ ਸੁਗੰਧੀ ਫੈਲ ਜਾਂਦੀ ਹੈ। ਬ੍ਰਾਹਮਣ ਬੈਸ ਸੂਰ ਅਰ ਖੱਤਰੀ, ਡੋਮ ਚੰਡਾਰ ਮਲੇਛ ਮਨ ਸੋਏ, ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰੇ ਤਾਰੇ ਕੁਲ ਦੋਏ, ਧਨ ਸੋ ਗਾਉ ਤਨ ਸੋ ਠਾਉ, ਤਨ ਪੁਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ, ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਭਾਵੇਂ ਨੀਚ ਜਾਤ ਦਾ ਹੋਵੇ, ਭਾਵੇਂ ਗਰੀਬ ਹੋਵੇ, ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ, ਜੇ ਕਿਤੇ ਉਹਦੇ ਕੋਲ ਭਗਤੀ ਆ ਗਈ ਤਾਂ ਫਿਰ ਜਿਸ ਗ੍ਰਾਮ ਵਿੱਚ ਹੈ, ਜਿਸ ਥਾਂ ਦੇ ਉੱਤੇ ਹੈ, ਜਿਸ ਕੁਟੰਬ ਦਾ ਹੈ, ਸਾਰਿਆਂ ਦਾ ਪਾਰ ਉਤਾਰਾ ਹੋ ਜਾਂਦਾ, ਸਾਰੇ ਤਰ ਜਾਂਦੇ ਨੇ। ਤੇ ਫਿਰ ਕੋਈ ਕਿੰਨਾ ਵੀ ਵੱਡਾ ਵਿਦਵਾਨ ਕਿਉਂ ਨਾ ਹੋਵੇ, ਸੂਰਮਾ ਕਿਉਂ ਨਾ ਹੋਵੇ, ਕਿੰਨਾ ਵੀ ਵੱਡਾ ਛਤਰਪਤੀ ਰਾਜਾ ਕਿਉਂ ਨਾ ਹੋਵੇ, ਭਗਤ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਭਗਤ ਕਬੀਰ ਜੀ ਦੇ ਭਗਤ ਜੀ ਦੇ ਹਵਾਲੇ ਦੇ ਨਾਲ ਇੱਕ ਜੋ ਹੈ ਸੁਨੇਹਾ ਦਿੱਤਾ ਹੈ ਕਿ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਕਿ ਹਰੀ ਰੂਪੀ ਹੀਰੇ ਨੂੰ ਛੱਡ ਕੇ ਜਿਹੜੇ ਬਾਕੀਆਂ ਦੀ ਆਸ ਕਰਦੇ ਨੇ, ਕਿਸੇ ਹੋਰ ਦਾਤੇ ਵੱਲ ਦੇਖਦੇ ਨੇ, ਕਿਸੇ ਹੋਰ ਨੂੰ ਵੱਡਾ ਸਮਝਦੇ ਨੇ, ਤੇ ਉਹ ਕਹਿੰਦੇ ਨੇ ਕਿ ਭਈ ਇਹ ਗੱਲ ਚੇਤੇ ਰੱਖਿਓ, ਕਰੇ ਆਨ ਕੀ ਆਸ ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਉਹ ਨਰਕ ਦੀ ਅੱਗ ਤੋਂ ਨਹੀਂ ਬਚ ਸਕਦੇ। ਭਗਤ ਰਵਿਦਾਸ ਜੀ ਇਹ ਸੱਚੀ ਗੱਲ ਸਮਝਾ ਰਹੇ ਨੇ। ਤੇ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਜੋ ਹੈ ਇਸ ਨੂੰ ਦਰਜ ਕਰਕੇ ਸੁਨੇਹਾ ਦਿੱਤਾ ਹੈ। ਫਿਰ ਪੜ੍ਹਾਈ ਦੇ ਹੰਕਾਰ ਦੀ ਗੱਲ ਭਗਤ ਜੀ ਕਹਿੰਦੇ ਨੇ ਕਿ ਭਾਈ ਮਨੁੱਖ ਨੂੰ ਪੜ੍ਹਾਈ ਦਾ, ਵਿਦਵਤਾ ਦਾ, ਧਰਮ ਕਰਮ ਕਾਂਡਾਂ ਦਾ ਹੰਕਾਰ ਹੋ ਜਾਂਦਾ ਹੈ, ਅਤੇ ਉਸ ਹੰਕਾਰ ਨੂੰ ਤੋੜਨ ਦੇ ਵਾਸਤੇ ਉਹਦੇ ਕੋਲ ਭਗਤੀ ਦਾ ਹੋਣਾ ਜ਼ਰੂਰੀ ਹੈ। ਤੇ ਜੇ ਕਿਤੇ ਭਗਤੀ ਨਹੀਂ ਤਾਂ ਉਹ ਹੰਕਾਰੀ ਹੋ ਕੇ ਵਿਚਰਦਾ ਹੈ, ਉਹ ਦੂਜੇ ਦੇ ਵਿੱਚੋਂ ਕਮੀਆਂ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਉਹ ਦੂਜੇ ਦੇ ਮਗਰ ਲੱਗਿਆ ਰਹਿੰਦਾ ਹੈ, ਕਿਉਂਕਿ ਉਹਦੇ ਅੰਦਰ ਆਪਣੇ ਅੰਦਰ ਹੰਕਾਰ ਹੈ। ਉਹ ਆਪਣੇ ਆਪ ਨੂੰ ਵੱਡਾ ਦੇਖਦਾ ਹੈ ਤੇ ਹਰ ਇੱਕ ਨੂੰ ਨੀਵਾਂ ਹੀ ਦੇਖਦਾ ਹੈ। ਭਗਤੀ ਨਿਮਰਤਾ ਬਖਸ਼ਦੀ ਹੈ, ਉਹ ਨਾਮ ਦਾ ਹੀ ਆਸਰਾ ਲੱਭਦਾ ਹੈ ਜਿਹੜਾ ਭਗਤ ਹੋਇਆ ਕਰਦਾ ਹੈ। ਤੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਜੀ ਦਾ ਸ਼ਬਦ ਹੈ, ਪੜੀਐ ਗੁਨੀਐ ਨਾਮ ਸਭ ਸੁਣੀਐ, ਅਨਭਉ ਭਾਉ ਨਾ ਦਸੈ, ਲੋਹਾ ਕੰਚਨ ਹਿਰਨੋ ਇੱਕ ਐਸੇ, ਜੋ ਪਾਰਸੈ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੁਟੈ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ। ਤੇ ਕਹਿੰਦੇ ਫਿਰ ਹੁੰਦਾ ਕੀ ਹੈ? ਉਸ ਵੇਲੇ ਕਹਿੰਦਾ ਹਮ ਵੱਡ ਕਬ ਕੁਲੀਨ ਹਮ ਪੰਡਤ, ਮੈਂ ਵੱਡਾ ਕਵੀ, ਮੇਰੇ ਵਰਗੀ ਕਿਸੇ ਦੀ ਕੁਲ ਨਹੀਂ ਹੋ ਸਕਦੀ, ਮੇਰੇ ਵਰਗਾ ਕੋਈ ਪੰਡਤ ਨਹੀਂ, ਮੇਰੇ ਵਰਗਾ ਕੋਈ ਜੋਗੀ ਤੇ ਸੰਨਿਆਸੀ ਨਹੀਂ। ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ, ਕਹਿ ਕਬੀਰ ਸਬੈ ਨਹੀਂ ਸਮਝਸ, ਪੂਰ ਪਰੇ ਜੈਸੇ ਬੋਰੇ, ਮੋਏ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਧਨ ਮੋਰੈ। ਉਹ ਕਹਿੰਦੇ ਵੀ ਮੇਰਾ ਆਸਰਾ, ਭਗਤ ਦਾ ਆਸਰਾ ਕੇਵਲ ਪ੍ਰਮਾਤਮਾ ਦਾ ਨਾਮ ਹੈ। ਉਹਦਾ ਆਸਰਾ ਉਹਦੀ ਵਿਦਵਤਾ ਨਹੀਂ, ਉਹਦਾ ਆਸਰਾ ਉਹਦੀ ਅਮੀਰੀ ਨਹੀਂ, ਉਹਦਾ ਆਸਰਾ ਉਹਦੀ ਕੁਲ ਨਹੀਂ, ਉਹਦਾ ਆਸਰਾ ਉਹਦਾ ਸਟੇਟਸ ਨਹੀਂ, ਉਹਦਾ ਆਸਰਾ ਉਹਦੀ ਜੋ ਬਹਾਦਰੀ ਸੂਰਮਗਤੀ ਨਹੀਂ।
ਕਹਿੰਦੇ ਨੇ ਉਹਦਾ ਆਸਰਾ ਤੇ ਕੇਵਲ ਪ੍ਰਮਾਤਮਾ ਹੈ। ਤੇ ਫਿਰ ਬਖਸ਼ਿਸ਼ ਕਰਦੇ ਨੇ ਕਿ ਨਾਮ ਵਿਹੁਣਾ ਜਿਗਦੇ ਉੱਚੀ ਜ਼ਾਤ ਦਾ ਭਰਮ ਪਾਲੀ ਬੈਠਦਾ ਹੈ ਕਿ ਮੇਰਾ ਹੀ ਧਰਮ ਤੇ ਹੱਕ ਹੈ। ਭਗਤ ਜੀ ਸਮਝਾਉਂਦੇ ਹਨ ਕਿ ਨੀਚ ਕੁਲਮ ਦਾ ਜਾਂ ਨੀਚ ਕਰਮ ਦਾ ਵੀ ਉੱਤਮ ਹੋ ਜਾਂਦਾ ਹੈ। ਉੱਤਮ ਜਾਤ ਵਾਲੇ ਨੂੰ ਕੇਵਲ ਭੁਲੇਖਾ ਹੈ ਕਿ ਧਰਮ ਦਾ ਜੋ ਅਧਿਕਾਰ ਮੇਰੇ ਕੋਲ ਹੈ, ਮੈਂ ਉੱਚੀ ਕੁਲ ਅੰਦਰ ਜੰਮਿਆ ਹੀ ਵੱਡਾ ਹੋ ਗਿਆ ਹਾਂ। ਲੇਕਿਨ ਕਹਿੰਦੇ ਨੇ ਨਹੀਂ, ਇਹ ਉਹਦਾ ਭੁਲੇਖਾ ਹੈ। ਭਗਤ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਏ, ਚਰਨਾਰ ਬਿੰਦਨਾ ਕਥਾ ਭਾਵੈ, ਸੁਪਚ ਤਿਲ ਸਮਾਨ, ਰੇ ਚਿਤ ਚੇਤ ਚੇਤ ਅਚੇਤ, ਕਾਇ ਨਾ ਬਾਲਮੀਕੈ ਦੇਖ। ਤੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿਸ ਜਾਤ ਤੇ ਕਿਆ ਪਦੈ ਅਮਰਿਓ, ਰਾਮ ਭਗਤ ਵਿਸ਼ੇਖ, ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ। ਹੁਣ ਕਹਿੰਦੇ ਨੇ ਭਈ ਕੁੱਤੇ ਮਾਰਨ ਵਾਲਾ, ਫਿਰ ਆਜ਼ਾਦ ਜੀ ਦੀ ਜਾਤ ਉੱਚੀ ਨਹੀਂ ਸੀ। ਦੇਖ ਕਿਹੜੀ ਜਾਤ ਤੋਂ ਕਿਸ ਪਦਵੀ ਦੇ ਉੱਤੇ ਪੁੱਜ ਗਏ ਨੇ। ਲੋਕ ਬਪਰਾ ਕਿਆ ਸਰਾ ਹੈ, ਤੀਨ ਲੋਕ ਪ੍ਰਦੇਸ਼, ਅਜਾਮਲ ਪਿੰਗਲਾ ਲੁਬਤ ਕੁੰਚਰ ਗੇ ਹਰ ਕੇ ਪਾਸ। ਕਹਿੰਦੇ ਅਜਾਮਲ ਪਿੰਗਲਾ ਤੇ ਫਿਰ ਹਾਥੀ, ਅਜਾਮਲ ਪਿੰਗਲ ਲੁਬਤ ਕੁੰਚਰ ਗੇ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੋ ਕਿਉਂ ਨਾ ਤਰੇ ਰਵਿਦਾਸ। ਕਹਿੰਦੇ ਨੇ ਇਹੋ ਜਿਹੀਆਂ ਲੋਕਾਂ ਨੇ ਜਦੋਂ ਭਗਤੀ ਕੀਤੀ, ਬੰਦਗੀ ਕੀਤੀ, ਉਹਨਾਂ ਦਾ ਨਿਸਤਾਰਾ ਹੋ ਗਿਆ। ਉੱਤਮ ਜਾਤ ਵਾਲਾ ਤੇ ਐਵੇਂ ਹੀ ਭੁਲੇਖੇ ਪਾਲੀ ਬੈਠਾ ਸੀ ਕਿ ਮੇਰੇ ਕੋਲ ਭਗਤੀ ਹੈ, ਮੈਂ ਉੱਤਮ ਹਾਂ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਨੇ ਕਿ ਕੋਈ ਕਿੰਨਾ ਵੀ ਕਰਮਾਂ ਕਰਕੇ ਮਾੜਾ ਕਿਉਂ ਨਾ ਹੋਵੇ, ਕਿੰਨਾ ਵੀ ਜ਼ਾਤ ਕਰਕੇ ਛੋਟਾ ਜਾਂ ਨੀਚ ਕਿਉਂ ਨਾ ਹੋਵੇ, ਜੇ ਕਿਤੇ ਉਹ ਭਗਤੀ ਕਰਦਾ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਫਿਰ ਪ੍ਰਭੂ ਗਿਆਨ ਦੀ ਪ੍ਰਾਪਤੀ ਜੋ ਹੈ ਕਰਮ ਕਾਂਡਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਹ ਗੱਲ ਭਗਤ ਜੀ ਨੇ ਬਾਣੀ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਲੋਕੀ ਕਰਮ ਕਰਦੇ ਸਨ ਕਿ ਸਾਨੂੰ ਰੱਬ ਦੇ ਬਾਰੇ ਚ ਪਤਾ ਲੱਗੇ, ਸਾਨੂੰ ਰੱਬ ਦੇ ਜੋ ਗਿਆਨ ਹੋ ਜਾਵੇ। ਇਸ ਕਰਕੇ ਦੁਨੀਆ ਧਰਮ ਦੇ ਕਰਮ ਕਰਦੀ ਸੀ, ਲੇਕਿਨ ਉਹ ਕਰਮ ਕਈ ਵਾਰ ਪਖੰਡ ਹੋਇਆ ਕਰਦੇ ਸਨ। ਉਹ ਪਖੰਡ ਵਿੱਚ ਫਸੇ ਜੀਵਨ ਨੂੰ ਬਤੀਤ ਕਰ ਜਾਂਦੇ ਸਨ। ਲੇਕਿਨ ਜਦੋਂ ਸੱਚ ਕਰਕੇ ਗਿਆਨ ਲੱਭ ਜਾਵੇ, ਧਰਮ ਦਾ ਗਿਆਨ ਹੋ ਜਾਵੇ, ਰੱਬ ਦੇ ਬਾਰੇ ਚ ਪਤਾ ਲੱਗ ਜਾਵੇ, ਤਾਂ ਉਹਨਾਂ ਦੇ ਕਰਮ ਕਾਂਡ ਨਾਸ਼ ਹੋ ਜਾਂਦੇ ਸਨ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ ਗਿਆਨਾ ਕਾਰਨ ਕਰਮ ਅਭਿਆਸ, ਕਰਮ ਭਿਆ ਗਿਆਨ ਭਿਆ ਤਾਂ ਕਰਮੈ ਨਾਸ। ਕਿ ਗਿਆਨ ਦੇ ਵਾਸਤੇ ਲੋਕੀ ਕਰਮ ਕਰਦੇ ਨੇ, ਤੇ ਜਦੋਂ ਗਿਆਨ ਆ ਜਾਵੇ ਆਪਣੇ ਆਪ ਕਰਮ ਕਾਂਡ ਖਤਮ ਹੋ ਜਾਂਦਾ, ਆਪਣੇ ਆਪ ਸੱਚ ਧਰਮ ਜੋ ਹੈ ਲੱਭ ਜਾਂਦਾ ਹੈ। ਤੇ ਪ੍ਰਮਾਤਮਾ ਤੇ ਜੀਵਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ। ਜੀਵ ਤੇ ਪ੍ਰਮਾਤਮਾ ਦਾ ਰਿਸ਼ਤਾ ਉਸੇ ਤਰ੍ਹਾਂ ਹੈ ਕਿ ਜਿਵੇਂ ਅਸੀਂ ਪਹਿਲਾਂ ਕੀਤਾ ਕਿ ਭਈ ਉਹ ਜਿਵੇਂ ਪਾਣੀ ਦਾ ਤੇ ਪਾਣੀ ਦੀ ਲਹਿਰ ਦਾ ਜਿਵੇਂ ਜੋ ਹੈ ਰਿਸ਼ਤਾ ਸੋਨੇ ਦਾ ਤੇ ਸੋਨੇ ਦੇ ਗਹਿਣਿਆਂ ਦਾ ਹੈ, ਬਣੇ ਹੋਏ ਗਹਿਣਿਆਂ ਦਾ ਹੈ, ਬਿਲਕੁਲ ਉਸੇ ਤਰ੍ਹਾਂ ਦਾ ਰਿਸ਼ਤਾ ਭਗਤ ਦਾ ਤੇ ਉਸ ਅਕਾਲ ਪੁਰਖ ਦਾ ਹੈ। ਫਿਰ ਨੀਚ ਜ਼ਾਤ ਜਿਹੜੀ ਹੈ ਉਹਦੇ ਵਿੱਚ ਉਹਦੀ ਹੀਨ ਭਾਵਨਾ ਜਿਹੜੀ ਹੈ ਭਗਤ ਜੀ ਕਹਿੰਦੇ ਨਹੀਂ ਹੋਣੀ ਚਾਹੀਦੀ ਕਿ ਅਸੀਂ ਜੇ ਕਿਤੇ ਛੋਟੀ ਜ਼ਾਤ ਦੇ ਹਾਂ ਤੇ ਫਿਰ ਸਾਨੂੰ ਇਹ ਜੋ ਹੈ ਮਨ ਦੇ ਅੰਦਰ ਖਿਆਲ ਰਵੇ ਕਿ ਅਸੀਂ ਛੋਟੇ ਜ਼ਾਤ ਦੇ ਹਾਂ, ਇਸੇ ਹੀਨ ਭਾਵਨਾ ਅੰਦਰ ਜੀਵੀਏ। ਭਗਤ ਨਾਮਦੇਵ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਕਿ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਸੂਦ ਕਰ ਮਾਰ ਉਠਾਇਓ, ਕਹਾ ਕਰੇ ਬਾਪ ਬੀਠਲਾ। ਕਿ ਭਈ ਮੰਦਰ ਅੰਦਰ ਨਹੀਂ ਜਾਣ ਦਿੱਤਾ, ਠਾਕਰ ਦੁਆਰੇ ਅੰਦਰ ਨਹੀਂ ਜਾਣ ਦਿੱਤਾ, ਮਾਰ ਕੇ ਉਸ ਦਿਓਰੇ ਚੋਂ ਬਾਹਰ ਕੱਢ ਦਿੱਤਾ ਕਿ ਤੂੰ ਭਗਤੀ ਨਹੀਂ ਕਰ ਸਕਦਾ, ਤੂੰ ਸ਼ੂਦਰ ਹੈ। ਇਹੋ ਗੱਲ ਭਗਤ ਰਵਿਦਾਸ ਜੀ ਨਾਲ ਵੀ ਹੋਈ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਥਾਂ ਥਾਂ ਦੇ ਉੱਤੇ ਲਿਖਿਆ ਕਿ ਮੈਂ ਚਮਾਰ ਹਾਂ। ਬਾਰ-ਬਾਰ ਲਿਖਦੇ ਨੇ ਕਿ ਹੈ ਰਵਿਦਾਸ ਚਮਾਰਾ, ਉਸ ਚੀਜ਼ ਨੂੰ ਨਾਲੋਂ ਨਹੀਂ ਉਤਾਰਿਆ। ਲੇਕਿਨ ਇਹ ਗੱਲ ਕਹੀ ਕਿ ਹੀਨ ਭਾਵਨਾ ਦੀ ਗੱਲ ਨਹੀਂ। ਤੇ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਕਹਿਣ ਲੱਗੇ ਇਹ ਨਗਰ ਦੇ ਲੋਕੋ ਤੁਸੀਂ ਠੀਕ ਹੈ ਚਮਾਰ ਕਹਿੰਦੇ ਹੋ, ਮੈਨੂੰ ਇਹਦੇ ਉੱਤੇ ਭਰੋਸਾ ਹੈ, ਮੈਨੂੰ ਇਹਦੇ ਉੱਤੇ ਮਾਣ ਹੈ, ਮੈਂ ਚਮਾਰ ਹਾਂ। ਕਹਿਣ ਲੱਗੇ ਇਹ ਗੱਲ ਚੇਤੇ ਰੱਖਿਓ, ਮੈਂ ਚਮਾਰ ਹਾਂ, ਬਿਲਕੁਲ ਸੱਚ ਹੈ, ਲੇਕਿਨ ਮੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਇਸੇ ਸ਼ਬਦ ਦੇ ਅੰਦਰ ਉਹ ਦੱਸਦੇ ਨੇ ਕਿ ਜੇ ਕਦੇ ਸ਼ਰਾਬ ਜਿਹੜੀ ਹੈ ਉਹ ਗੰਗਾ ਦੇ ਨਾਲ ਵੀ ਬਣੀ ਹੋਈ ਹੋਵੇ, ਗੰਗਾ ਦੇ ਪਾਣੀ ਨਾਲ, ਭਗਤ ਜਨ ਜਿਹੜੇ ਨੇ ਉਹ ਕਦੀ ਵੀ ਉਸ ਨੂੰ ਪ੍ਰਵਾਨ ਨਹੀਂ ਕਰਦੇ। ਤੇ ਕਹਿਣ ਲੱਗੇ ਦੂਜੇ ਪਾਸੇ ਜੇ ਕਦੇ ਅਸੀਂ ਦੇਖੀਏ ਕਿ ਭਈ ਤਾੜ ਦਾ ਜੋ ਪੱਤਾ ਹੈ ਉਸ ਨੂੰ ਅਪਵਿੱਤਰ ਕਰਕੇ ਮੰਨਿਆ ਗਿਆ, ਜੇ ਕਦੇ ਉਹਦੇ ਉੱਤੇ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੀ ਉਸਤਤ ਲਿਖੀ ਜਾਵੇ ਤੇ ਲੋਕੀ ਉਸ ਨੂੰ ਨਮਸਕਾਰਾਂ ਕਰਦੇ ਨੇ। ਤੇ ਫਿਰ ਕਹਿੰਦੇ ਨੇ ਮੇਰੀ ਜਾਤ ਕੁਟਬਾਂਡਲਾ ਢੋਰ ਢਵੰਤਾ, ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਫਿਰ ਜਾਕੇ ਕੁਟੰਬ ਕੇ ਢੇਡ ਸਭ ਢੋਰ ਟਵੰਤ ਫਿਰੇ, ਅਜੋ ਬਨਾਰਸੀ ਆਸ ਪਾਸਾ, ਆਚਾਰ ਸਹਿਤ ਵਿਪਰ ਕਰੇ ਡੰਡੋ, ਤਿਨ ਤਨੈ ਰਵਿਦਾਸ ਦਾਸਾ। ਇਹ ਗੱਲ ਕਹਿ ਰਹੇ ਨੇ ਕਿ ਭਈ ਮੇਰੀ ਜ਼ਾਤ ਭਾਵੇਂ ਛੋਟੀ ਸੀ ਪਰ ਬੰਦਗੀ ਕਾਰਨ ਅੱਜ ਮੈਂ ਸੰਸਾਰ ਦੇ ਅੰਦਰ ਪ੍ਰਗਟ ਹਾਂ, ਤੁਸੀਂ ਜਿੰਨਾ ਮਰਜ਼ੀ ਮੈਨੂੰ ਚਮਾਰ ਕੇ ਹੀ ਜਾਓ। ਤੇ ਫਿਰ ਬਖਸ਼ਿਸ਼ ਕਰਦੇ ਨੇ ਕਿ ਨਿੰਦਾ ਜੋ ਹੈ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ, ਨਿੰਦਾ ਤੋਂ ਜੋ ਹੈ ਬਚਣਾ ਹੀ ਅਸਲ ਜੀਵਨ ਦਾ
ਮਕਸਦ ਹੈ। ਜੇ ਕਿਤੇ ਕੋਈ ਧਰਮ ਦੇ ਕਰਮ ਕਰਕੇ, ਕਿਉਂਕਿ ਉਸ ਵੇਲੇ ਧਰਮੀ ਧਰਮ ਦੇ ਕਰਮ ਕਰਦਾ ਸੀ, ਉਹਨਾਂ ਨੇ ਦੇਖਿਆ ਉੱਚ ਜਾਤੀ ਆ ਤੀਰਥ ਤੇ ਵੀ ਨਾ ਰਿਹਾ, ਜਨੇਊ ਵੀ ਉਹਨੇ ਪਾਇਆ ਹੈ, ਵੇਦ ਵੀ ਪੜ ਰਿਹਾ ਹੈ, ਹੋਰ ਵੀ ਧਰਮ ਦੇ ਕਰਮ ਕਰ ਰਿਹਾ ਹੈ, ਧੋਤੀ ਵੀ ਉਹਨੇ ਪਾਈ ਹੋਈ ਹੈ, ਤਿਲਕ ਵੀ ਲਾਇਆ ਹੈ, ਲੇਕਿਨ ਸੱਚ ਧਰਮੀਆਂ ਨੂੰ ਨੀਵਾਂ ਦੱਸਣ ਦਾ ਯਤਨ ਕਰਦਾ ਸੀ। ਤੇ ਭਗਤ ਜੀ ਨੇ ਸਮਝਾਉਣ ਦਾ ਯਤਨ ਕੀਤਾ, ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ਼ ਸਿਲਾ ਪੁਜਾਵੈ, ਜੇ ਉਹ ਕੂਪ ਤਟਾ ਦਿਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਇਸ ਸ਼ਬਦ ਦੇ ਅੰਦਰ ਉਹਨਾਂ ਨੇ ਹੋਰ ਵੀ ਧਰਮ ਦੇ ਜੋ ਕਰਮਕਾਂਡ ਸਨ ਸਾਰੇ ਸਮਝਾ ਦਿੱਤੇ ਕਿ ਜੇ ਇਹ ਕੋਈ ਸਾਰਾ ਕੋਈ ਕਰਦਾ ਰਹੇ ਤੇ ਜੇ ਉਹ ਨਿੰਦਾ ਕਰਦਾ ਹੈ ਤੇ ਉਹ ਜੀਵਨ ਜੋ ਹੈ ਵਿਅਰਥ ਜਾ ਰਿਹਾ ਹੈ, ਉਹਦਾ ਜੀਵਨ ਜੋ ਹੈ ਉਹ ਸਫਲ ਨਹੀਂ ਹੋ ਰਿਹਾ। ਨਿੰਦਾ ਭਰੀ ਕਿਸੇ ਕੀ ਨਾਈ, ਮਨ ਮੁਖ ਮੂਧ ਕਰਨ। ਇਹ ਗੁਰੂ ਪਾਤਸ਼ਾਹ ਦੇ ਪਾਵਨ ਸਿਧਾਂਤ ਨੇ ਜੋ ਭਗਤ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕੀਤਾ। ਤੇ ਫਿਰ ਇਹ ਗੱਲ ਦੱਸੀ ਕਿ ਭਾਈ ਪ੍ਰਭੂ ਪ੍ਰਵੀਤ ਕਿਸ ਤਰ੍ਹਾਂ ਦੀ ਹੋਵੇ, ਕਿੰਨੀ ਸਾਡੀ ਬਾਂਡਿੰਗ ਜੋ ਹੈ ਉਹ ਮਜ਼ਬੂਤ ਹੋਵੇ, ਕਿੰਨਾ ਭਰੋਸਾ ਹੋਵੇ। ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਜੋ ਤੁਮ ਗਿਰਵਰ ਤੋਂ ਹਮ ਮੋਰਾ, ਜੋ ਤੁਮ ਚੰਦ ਤੋਂ ਹਮ ਪੇਹੇ ਚਕੋਰਾ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ, ਤੁਮ ਸਿਉ ਤੋਰ ਕਵਨ ਸੰਗ ਜੋਰੇ। ਹੈ ਅਕਾਲ ਪੁਰਖ ਵਾਹਿਗੁਰੂ, ਜੇ ਕਿਤੇ ਤੁਸੀਂ ਗਿਰਵਰ ਹੋ ਮੈਂ ਮੋਰ ਹਾਂ, ਜੇ ਕਿਤੇ ਜੋ ਤੁਮ ਚੰਦ ਤੋਂ ਹਮ ਪੇਹੇ ਚਕੋਰਾ, ਤੁਸੀਂ ਚੰਦਰਮਾ ਹੋ ਮੈਂ ਚਕੋਰ ਹਾਂ। ਆਮ ਕਰਕੇ ਕਹਾਵਤ ਹੈ ਕਿ ਚੰਦਰਮਾ ਨੂੰ ਚਕੋਰ ਦਿਖਦਾ ਹੈ ਨਾ, ਤੇ ਉਹ ਚੰਦਰਮਾ ਜਦੋਂ ਘੁੰਮਦਾ ਚੱਲਦਾ ਤੇ ਚਕੋਰ ਆਪਣੇ ਆਪ ਨੂੰ ਨਹੀਂ ਮੋੜਦਾ, ਗਰਦਨ ਮੋੜਦਾ ਹੈ ਉਹ, ਤਾਂ ਕਿ ਮੇਰੀ ਟਿਕ ਟਿਕੀ ਜੋ ਹੈ ਉੱਥੋਂ ਹਟ ਨਾ ਜਾਵੇ ਨਜ਼ਰ ਦੀ। ਉਹ ਆਪਣੇ ਆਪ ਨੂੰ ਮਰੋੜ ਲੈਂਦਾ ਗਰਦਨ ਨੂੰ, ਲੇਕਿਨ ਆਪਣੀ ਡਾਇਰੈਕਸ਼ਨ ਨੂੰ ਨਹੀਂ ਬਦਲੀ ਕਰਦਾ ਕਿ ਇੱਕ ਤਿਲ ਵਾਸਤੇ ਵੀ ਮੇਰੀ ਉੱਥੋਂ ਜੋ ਹੈ ਨਜ਼ਰ ਹਟ ਨਾ ਜਾਵੇ। ਤੇ ਕਹਿੰਦੇ ਨੇ ਐ ਮੇਰੇ ਪ੍ਰਮਾਤਮਾ, ਤੁਸੀਂ ਸਾਡੇ ਨਾਲੋਂ ਨਾ ਤੋੜਿਓ, ਮੈਂ ਤੁਹਾਡੇ ਨਾਲ ਤੋੜ ਕੇ ਜੋੜਾਂਗਾ ਕਿੱਥੇ, ਮੇਰੀ ਜੁੜਨ ਵਾਲੀ ਕੋਈ ਹੋਰ ਥਾਂ ਹੀ ਨਹੀਂ। ਇਤਨਾ ਭਰੋਸਾ, ਇਤਨਾ ਪਿਆਰ ਭਗਤ ਜੀ ਸਾਨੂੰ ਸਮਝਾ ਰਹੇ ਨੇ। ਤੇ ਫਿਰ ਬਖਸ਼ਿਸ਼ ਕਰਦੇ ਨੇ ਕਿ ਸਭ ਤੋਂ ਉੱਚੀ ਜੋ ਅਵਸਥਾ ਹੈ ਉਹ ਕਿਹੜੀ ਹੈ, ਸਭ ਤੋਂ ਉੱਚੀ ਜੋ ਪਾਤਸ਼ਾਹੀ ਹੈ ਉਹ ਕਿਹੜੀ ਹੈ। ਉਹ ਸਾਡੇ ਕੋਲ ਪਾਤਸ਼ਾਹੀ ਹੈ ਕਿ ਜਿਹਦੇ ਕਿਸੇ ਦੇ ਕੋਲ ਭਗਤੀ ਹੈ। ਜਿਹਦੇ ਕੋਲ ਭਗਤੀ ਹੈ ਉਹ ਬੇਗਮਪੁਰੇ ਦਾ ਵਾਸੀ ਹੋ ਗਿਆ, ਉਹਦਾ ਫਿਰ ਅਵਸਥਾ ਹੀ ਵੱਖਰੀ ਹੋ ਗਈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ। ਕਹਿਣ ਲੱਗੇ ਫਿਰ ਉੱਥੇ ਕੋਈ ਦੁੱਖ ਨਹੀਂ, ਕੋਈ ਅੰਦੇਸ਼ਾ ਨਹੀਂ, ਫਿਰ ਦੁਨੀਆ ਦੀ ਕੋਈ ਮਾਲ ਦੀ ਕਿਸੇ ਕਿਸਮ ਦੀ ਕੋਈ ਤਕਲੀਫ, ਕੋਈ ਚੀਜ਼ ਨਹੀਂ। ਤੇ ਫਿਰ ਅਗਲੀਆਂ ਗੱਲਾਂ ਨੇ, ਸਮਾਂ ਨਹੀਂ ਮੇਰੇ ਕੋਲ, ਮੈਂ ਸਾਰੇ ਸ਼ਬਦ ਨੂੰ ਪੜ੍ਹਨਾ। ਕਹਿਣ ਲੱਗੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਨਾ ਸੇਮ 100 ਆਈ। ਕਹਿਣ ਲੱਗੇ ਭਾਈ ਦੋ ਨਾ ਸੇਮ 100 ਆਈ। ਕਹਿਣ ਲੱਗੇ ਭਾਈ ਉੱਥੇ ਉਹ ਪਾਤਸ਼ਾਹੀ ਸਦੀਵੀ ਹੈ, ਸਦਾ ਵਾਸਤੇ ਕਾਇਮ ਦਾਇਮ ਸਦਾ ਪਾਤਸ਼ਾਹੀ। ਅੱਜ ਭਗਤ ਰਵਿਦਾਸ ਜੀ ਦੀ ਪਾਤਸ਼ਾਹੀ ਸਦੀਵੀ ਹੈ ਨਾ। ਅੱਜ ਦਰਬਾਰ ਸਾਹਿਬ ਦੇ ਅੰਦਰ ਉੱਪਰ ਚਾਂਦਨੀ ਲੱਗੀ ਹੈ, ਚੌਰ ਹੋ ਰਹੀ ਹੈ, ਦੁਨੀਆ ਮੱਥੇ ਟੇਕ ਰਹੀ ਹੈ, ਤਖਤ ਦੇ ਉੱਤੇ ਬਿਰਾਜਮਾਨ ਨੇ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਕ ਹੈ। ਇਸੇ ਤਰੀਕੇ ਦੇ ਨਾਲ ਤਖਤ ਦੇ ਉੱਤੇ ਬਿਰਾਜਮਾਨ ਨੇ, ਦੁਨੀਆ ਮੱਥੇ ਟੇਕੀ ਜਾ ਰਹੀ ਹੈ, ਚੌਰ ਤੇ ਤਖਤ ਦੇ ਮਾਲਕ ਕਿਹਾ ਉਹਨਾਂ ਦੀ ਬਾਣੀ ਅੱਜ। ਤੇ ਕਹਿੰਦੇ ਨੇ ਉਹ ਸਦਾ ਵਾਸਤੇ ਹੀ ਸਾਡੇ ਕੋਲ ਪਾਤਸ਼ਾਹੀ ਹੈ। ਤੇ ਫਿਰ ਉੱਥੇ ਕੋਈ ਦੂਜਾ ਤੀਜਾ ਦਰਜਾ ਨਹੀਂ, ਦਰਜਾ ਸਾਰਿਆਂ ਦਾ ਬਰਾਬਰ, ਸਾਰਿਆਂ ਦਾ ਬਰਾਬਰ ਹੈ। ਤੇ ਫਿਰ ਕਹਿੰਦੇ ਨੇ ਕਹਿ ਰਵਿਦਾਸ ਖਲਾਸ ਚੁਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਭਾਈ ਇਹ ਅਵਸਥਾ ਜਿਨ੍ਹਾਂ ਦੀ ਹੈ ਉਹ ਸਾਡੇ ਮਿੱਤਰ। ਇਸ ਸ਼ਬਦ ਦੇ ਵਿੱਚ ਜੋ ਅਵਸਥਾ ਬਿਆਨ ਕੀਤੀ। ਤੇ ਫਿਰ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਦੀ ਵਡਿਆਈ, ਕਿ ਸਤ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਅੱਜ ਕਈ ਵਾਰ ਲੋਕੀ ਕਹਿੰਦੇ ਨੇ ਭਾਈ ਗੁਰਦੁਆਰੇ ਜਾਣ ਦਾ ਕੀ ਫਾਇਦਾ, ਸੰਗਤ ਦੇ ਬੈਠਣ ਦਾ ਕੀ ਫਾਇਦਾ। ਜਾਂ ਜਿਹੜੇ ਅਸੀਂ ਬੈਠੇ ਨਾ WhatsApp ਦੇ ਬਣੇ ਹੋਏ ਵਿਦਵਾਨ ਨੇ ਜਿਹੜੇ, ਜੋ ਊਲ ਜਲੂਲ ਉਹ ਲਿਖਿਆ ਜਾ ਰਿਹਾ ਹੈ ਗੁਰਮਤ ਦੇ ਸਿਧਾਂਤਾਂ ਦੇ ਵਿਰੁੱਧ, ਭਗਤ ਜੀ ਨੂੰ ਪੁੱਛੀਏ। ਭਗਤ ਜੀ ਕਹਿੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੇਰੀ। ਕਹਿ ਲਗੇ ਮੇਰੀ ਪੈਜ ਰੱਖ ਲਓ, ਅਰਦਾਸ ਕਰ ਰਹੇ ਨੇ। ਤੇ ਫਿਰ ਮਿਲਤ ਪਿਆਰੇ ਪ੍ਰਾਨਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ। ਕਹਿਣ ਲੱਗੇ ਭਾਈ ਸਤ ਸੰਗਤ ਵਿੱਚ ਹੀ ਪਰਮ ਗਤ ਲੱਭਦੀ ਹੈ, ਮੈਲੇ ਕੱਪੜੇ ਕਹਾਂ ਲੋ ਧੋਵੋ। ਕਹਿਣ ਲੱਗੇ ਜਦੋਂ ਸਤ ਸੰਗਤ ਚ ਆ ਗਿਆ, ਗਿਆਨ ਹੋ ਗਿਆ, ਫਿਰ ਨਿੰਦਿਆ ਛੁੱਟ ਗਈ, ਫਿਰ ਕੱਪੜੇ ਮੈਲੇ ਹੀ ਨਹੀਂ ਹੋਣਗੇ। ਫਿਰ ਮੈਨੂੰ ਕੀ ਲੋੜ ਹੈ ਕਿਸੇ ਦੇ ਮੈਲੇ ਕੱਪੜੇ ਧੋਣ ਦੀ। ਉੱਥੇ ਤਾਂ ਮੇਰਾ ਜੀਵਨ ਜੋ ਹੈ ਉਹ ਸਫਲ ਹੋ ਗਿਆ। ਤੇ ਕਹਿੰਦੇ ਨੇ ਭਾਈ ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ। ਕਿ ਅਕਾਲ ਪੁਰਖ ਵਾਹਿਗੁਰੂ ਅਸੀਂ ਔਗਣਾਂ ਦੇ ਨਾਲ ਭਰੇ ਹਾਂ ਤੇ ਤੁਸੀਂ ਜੋ ਹੋ ਉਹ ਉਪਕਾਰੀ ਹੋ, ਉਪਕਾਰੀ ਜੀਵਨ ਦੇਣ ਵਾਲੇ ਹੋ। ਸਾਡਾ ਜੀਵਨ ਜੋ ਹੈ ਉਪਕਾਰੀ ਬਣਾ ਲੋਗੇ। ਤੇ ਪ੍ਰਭੂ ਤੋਂ ਦੂਰੀ ਜੋ ਹੈ ਉਹਦੇ ਵਿੱਚ ਸਾਨੂੰ ਵਿਕਾਰ ਠਗਦੇ ਹਨ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹਾਥ ਬਿਕਾਨੋ, ਤੁਮ ਕਹੀਏ ਤੋ ਜਗਤ ਗੁਰੂ ਸੁਆਮੀ, ਹਮ ਕਹੀਏ ਕਲਯੁਗ ਕੇ ਕਾਮੀ। ਦੱਸਦੇ ਨੇ ਕਿ ਭਾਈ ਪਰਮਾਤਮਾ ਤੋਂ ਦੂਰੀ ਬਣਾਇਆ, ਵਿਕਾਰ ਹੀ ਸਾਨੂੰ ਠਗਦੇ ਨੇ। ਤੇ ਵਿਕਾਰ ਸਾਡੇ ਉੱਤੇ ਭਾਰੂ ਹੋ ਜਾਂਦੇ ਨੇ। ਕਿਤੇ ਇੱਕ ਵਿਕਾਰ ਕਿਸੇ ਦੇ ਅੰਦਰ ਹੋਵੇ ਉਹਦਾ ਵਿਨਾਸ਼ ਕਰ ਜਾਂਦਾ ਜੀਵ ਦਾ। ਤੇ ਸਾਡੇ ਅੰਦਰ ਤੇ ਜਿਹੜੇ 5 ਦੇ 5 ਬੈਠੇ ਹੋਣਗੇ। ਤੇ ਸਾਨੂੰ ਸਮਝਾਇਆ ਸ਼ਬਦ ਦੇ ਰਾਹੀਂ, ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ, ਤਾਂ ਕਿ ਕਿਤ ਕਾਸ ਮਾਧੋ ਅਵਿਦਿਆ ਹਿਤਕੀਨ,
विवेक दीप मलीन। एक एक दोख दे कारण ये पंज मिर्ग मीन परिंग पतंग ते कुंचर हाथी पतंगा भवरा मछली ते मिर्ग इन्हां दा विनाश हो गया। एक एक रोग सी एक एक विकार सी। कहंदे मनुख दे अंदर ते पंजे बैठे। ਅਸੀਂ ਅਵਿਦਿਆ ਦੇ ਵਿੱਚ ਆਪਣੇ ਆਪ ਨੂੰ ਵਿਨਾਸ਼ ਕਰ ਲਿਆ। ਉਹ ਜੋ ਦੀਪ ਜਿਸ ਨੇ ਸਾਨੂੰ ਧਰਮ ਦਾ ਰਾਹ ਦੱਸਣਾ ਸੀ ਉਹ ਅਸੀਂ ਮਲੀਨ ਕਰਕੇ ਬੈਠ ਗਏ ਤੇ ਭਾਈ ਵਿਕਾਰ ਜੋ ਨੇ ਉਹ ਸਾਨੂੰ ਖਾਈ ਜਾ ਰਹੇ ਨੇ। ਤੇ ਫਿਰ ਕਰਮਕਾਂਡੀ ਪੂਜਾ ਦਾ ਖੰਡਨ ਕੀਤਾ ਤੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਤੂੰ ਜੇ ਕਦੇ ਭਗਤੀ ਕਰ ਰਿਹਾ ਹੈ ਤਾਂ ਫਿਰ ਪ੍ਰਮਾਤਮਾ ਦੀ ਭਗਤੀ ਸ਼ੁੱਧ ਹਿਰਦੇ ਦੇ ਨਾਲ ਹੋ ਸਕਦੀ ਹੈ, ਕਰਮਕਾਂਡਾਂ ਦੇ ਨਾਲ ਨਹੀਂ। दूध ਤਾਂ बछड़ा थनों बिटा रहे हो, फूल भवर जल मीन बिगा रहे हो। इस शब्द ਨੂੰ ਪੜ ਕੇ ਦੇਖੀਏ ਕਿ ਜੇ ਕਿਤੇ ਦੁੱਧ ਦੇ ਕੇ ਰੱਖ ਕੇ ਤੂੰ ਭਗਤੀ ਚਾਹੁੰਦਾ ਕਿ ਰੱਬ ਤੇਰੇ ਕੋਲੋਂ ਮੰਨ ਜਾਵੇਗਾ, ਤੂੰ ਰੱਬ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇਗਾ, ਕਿਸੇ ਧਾਰਮਿਕ ਸ਼ਕਤੀ ਨੂੰ ਖੁਸ਼ ਕਰ ਲਵੇਂਗਾ। ਕਹਿੰਦੇ ਉਹ ਤਾਂ ਪਹਿਲਾਂ ਬਛੜੇ ਨੇ ਝੂਠਾ ਕੀਤਾ, ਪਾਣੀ ਜੋ ਹੈ ਉਹ ਮੱਛੀ ਨੇ ਗੰਦਾ ਕੀਤਾ। कहने लगे भाई माही गोविंद पूजा कहा ला चरावो अवर ना फूल अनूप ना पावो। फिर इस शब्द के अंदर सारिया गल्लां मैल अगर पे बेरे या भयंगा बिख अमृत बसे एक संगा धूप दीप नहीं बेदा वासा जय कैसे पूज करो तेरी दासा। अंत विच जो सिद्धांत दिता सारिया गल्लां करके कि भवरे ने फुल बिगाड़ लिया, सुगंधी दे नाल यह घटना वापर गई ते कहंदे ने तन मन अर्पो पूज चरावो गुरु प्रसाद निरंजन पाओ। तन ते मन नूं अर्पण करना है, मन करके भगती करनी है, मन करके गुरु का बनना है, मन करके अपने आप को गुरु के अगे सरेंडर करना है ते कहंदे ने प्रवानगी हो सकती है। ते कहने लगे भाई नाम ही साडे वास्ते सच्ची ते पूजा है, नाम ही साडे वास्ते सच्ची आरती है। नाम तेरो आरती मजन मुरारे कह रविदास नाम तेरो आरती सत नाम है हर भोग तुआरे। ते अकाल पुरख वाहिगुरू जिहड़ा नाम ही तेरी सच्ची आरती है, नाम जपना ही तेरे वास्ते सब तो वड्डा कुछ अर्पण करना है। ते मनुख दी पाया जो हस्ती है ये सदीवी नहीं समझा दिता कि अपने शरीर वाल देख मनुख धर्म तो दूर होने वाले आ। जल की पीत पवन का थंबा रक्त बूंद का गारा हाड मास नाड़ी को पिंजर पंखी बसै विचारा। कि भाई तेरा हाड मास नाड़ियां दा पिंजरा है, जल दियां पानी दियां कंधां ने, हवा दा विच थंब है। किस झगड़े च पिया है प्राणी क्या मेरा क्या तेरा जैसे तरवर पंख बसेरा। तू धर्म दे नाल जुड़, तू तो एक पंछी की तरह है जिहड़ा दरख्त दे उत्ते रात कट्टण वास्ते आया। जीवन ये है, सच्चाई जीवन दी इहो है। ते ये जिहड़ा जीवन है इहदे मगरी ना लग, शरीर दे मगरी ना लग। कहंदे दुनिया मैनू चमार कहंदी है, चमार तां दुनिया बनी है। चमरठा गांठ ना जानी लोग गठावे पानी। कहंदे मैनू नहीं आउंदा ये जिहड़ा शरीर दी जुत्ती गंढनी। लोकी अपनी गंढी जा रहे ने, दिन ते रात गंढी जा रहे ने। धर्म तो दूर होके लोगों को लुट के इस शरीर के वास्ते खाण वास्ते लाउण वास्ते इनू सुख देने वास्ते शरीर रूपी जुत्ती ते गंढी जा रही है। ते कहने लगे ने भाई आर नहीं जै तोपो नहीं रांबी ठाओ रोपो। ते अंत भी जाके कहंदे ने लोक गांठ गांठ जाए खरा बिगूचा हों बिन गांठे जाए पहुंचा। कहंदे लोकी शरीर रूपी मैनू चमार चमार कहंदे अपनी शरीर की जुत्ती सारी जिंदगी गंढ दे रहे। कहने लगे फिर खराब हो गए खुआर हो गए ते मैं बिन गंढे ही मैं इस शरीर रूपी जुत्ती वाले पासे ध्यान ही नहीं दिता ते मैं उस अकाल पुरख दे कोल प्रवान हो गया, मैं ते पुज गया। ते फिर कहने लगे भाई ये जिस माया वास्ते भज दौड़ कर रहे हैं ना यदी हकीकत समझ। माटी को पुतरा कैसे नचत है, देखै देखै सुनै बोलै दौड़ियो फिरत है। आराम नहीं कर रहा, रब नूं चेते नहीं कर रहा, दिन ते रात लगा है। खाना किन्ना को है, कट्ठा किन्ना कर रहे हैं, रहना किन्ना को चीर है, वड्डे वड्डे महल बना रहे हैं, आन जान दे साधन इकट्ठे कर रहे हैं, दुनिया का हक मार रहे हैं। अपने हक दे नाल तू जो मर्जी बना ले, कोई तेरे उत्ते पाबंदी नहीं। लेकिन रब नालों टुट के दूजियां दा हक मार के परमात्मा नूं विसार के जे कदे कुछ इकट्ठा कीता ते कहण लगे फिर एक गल चेते रखी देखै देखै सुनै बोला दोहरियो फिरत है। जब किछ पावै तब गर्व करता है, माया गई तब रोवन लगत। ਜਦੋਂ तेरे को निकलेगी ये खुसेगी ना रब दे नाल तोड़न दी चीज़ां तेरे हथों निकलणगियां उस वेले रोना शुरू हो जावेगा। कहते इस करके उस बाजीगर परमात्मा संसार बनाने वाले नाल प्रीत पाउण दा यतन कर। ते फिर बख्शिश करके समझाया कि ये जो तू इकट्ठा कीता नाल चलन वाला नहीं, ये तेरे शरीर दे विनाश होण दे नाल ये सब चीज़ां इत्थे रहणगियां। ऊंचे मंदिर साल रसोई एक घरी फुन रहन ना होई, ये तन ऐसा जैसे कास की टाटी जल गयो कास रल गयो माटी। भाई एक गल चेते रखें कि ये सब कुछ इत्थे रह जाएगा। सोहनी रसोई सोहना महल घर बनाया, एक घड़ी भी किसी ने नहीं रहन देना। जदों शरीर दे विचों ये आत्मा वख होवेगी ते उस वेले पहला काम ही होवेगा कि भाई आद घड़ी कोऊ ना रखै घर ते देत निकार। जब ये हंस तजीए काया प्रेत प्रेत कर भागी।
ਕਾਡੋ ਕਾਡੋ ਹੋਈ, ਬਸ ਰੱਟ ਲੱਗ ਜਾਵੇਗੀ। ਸਭ ਤੋਂ ਪਹਿਲਾਂ ਕੋਈ ਨਾਮ ਵੀ ਲੈ ਕੇ ਨਹੀਂ ਬੁਲਾਵੇਗਾ। ਡੈਡ ਬਾਡੀ ਆਈ ਹੈ ਜੀ, ਡੈਡ ਬਾਡੀ ਥੱਲੇ ਲਾ ਦਿਓ ਜੀ। ਕਿਹੜੇ ਵੇਲੇ ਸੰਸਕਾਰ ਕਰਨਾ ਜੀ, ਕਾਟ ਕਫਨ ਦਾ ਹੋ ਗਿਆ ਜੀ। ਬਸ ਇਸੇ ਧੰਦੇ ਹੀ ਸਾਰੇ ਲੱਗ ਜਾਂਦੇ ਨੇ, ਕੋਈ ਰੱਖਣ ਵਾਸਤੇ ਤਿਆਰ ਨਹੀਂ। ਇਸੇ ਕਰਕੇ ਕਹਿੰਦੇ ਨੇ ਤੁਝੇ ਸੁਜਨਤਾ ਕਛੂ ਨਾਏ, ਪਹਿਰਾਵਾ देखें ऊब जाए, गर्भवती का नहीं ठाओ, तेरी गर्दन ऊपर लवे काओ, तू काए गर्भे बावली, जैसे भादो खुंभराज तू तिस्ते खरी उतार। धर्म दे नालों टुटिया भादो दे महीने जिवें खुंभां उगदियां ने ना, थोड़ चिड़ियां हुंदियां ने, ज्यादा चिर नहीं रहिंदियां। तू उन्हां तो भी उतावला है, तेरा जीवन कोई बहुता लंबा नहीं। जिन्हों तू 100 साल 80 साल 60 साल 70 साल बना के बैठे, सुपने दी नहीं आई है, लंघ जाएगा। थोड़ी अखां बंद करिए, जीवन जो बचपन तो अज तक देखिए कल का दिन जापदा है। ते कहंदे ने भाई जो दिन आवे सो दिन जाई, करना कैल कोच रहन थिर नहीं। रोज करके तेरी जिंदगी कट रही है, जाना पवेगा। किसी ने सदीवी नहीं रहना। ते फिर जैसा रंग कुसुंब का तैसा ये संसार, जो जा कुसुंब दा रंग है कुसुंबे दा, इसे तरह ये संसार है। इहदे नाल प्रीत ना पा। ते एक गल कही कि गुरु पारस दे नाल जुड़। गुरु पारस कपाट खोलदा है, परम परस गुरु भेटी है, पूरब लिखत लिलाट, उन मन 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 ही मिले छुटकत बजर कपाट। ये कपाट जो ने गुरु खोल दिंदा है। जदों गुरु दे नाल जुड़ेगा ते फिर बख्शिश करदे ने अकाल पुरख वाहिगुरु, जो हम बांधे मोह फास, हम प्रेम बंधन तुम बांधे, हमरे छुटन को अपने छुटन को जतन करो, हम छूटे तुम यारा दे। देखो किन्ना वड्डा मान ते फकर है, किन्ना भरोसा है परमात्मा दे उत्ते, किन्नी नेड़ता बना लई हुई है। कहंदे जेकर तुसीं सानू मोह फास विच बद्धा, असीं तुहानू प्रेम दे बंधन विच बद्धा होया। तुसीं अपने छुटन दा यतन करो, असीं तां तुहानू छुट के राह ते जांगे। सिद्धांत ते तुहाडा बनाया है। कोई जिन्ना परमात्मा तुहानू चेते करदा, तुसीं उन्ना ओहदे नेड़े हो जांदे हो, उन्ना ओहदे कोल चले जांदे हो। भगत कबीर जी ने भी तो इहो गल कही ना, अब तो जाए चढ़े सिंघासन, मिले है सारंग पानी, राम कबीर आए कि भे कोई ना सकिया पछाणी, मैं तो सिंघासन ते चढ़ गया, मैं तो जाके गोदी च बह गया, हुण इक मिक हो गया। भगत रविदास जी भी इहो गल कहंदे ने ते फिर समझा रहे ने, भाई दुर्लभ जन्म पुन फल पायो, बिरथा जात अविवेकै, राजे इंद्र संसर ग्रह आसन, बिन हर भगत कहो कै लेखै, भगती कर। किन्ना भी वड्डा हो जावे किसे लेखे विच नहीं, ते रब जिहा संसार दे अंदर होर कोई नहीं। कह रविदास अकथ कथा बहु काय करीजै, जैसा तू तैसा तू ही क्या उपमा कीजै। अकाल पुरख वाहिगुरू तुहाडे वर्गा होर कुछ नहीं। ते सानू समझाया अंदरों दी साफ हो जा, अंदरों दी धर्मी हो, बाहरों नहीं। बाहर उदक पखारी है, कट कीतर भीतर विविध विचार, सुच कवन पर होइबो, सुच कुंचर विद व्यवहार, रव प्रगास रजनी जथा, गत जानत सब संसार, पार समानो तांबो छुए, कनक होत नहीं बार। भलिया बाहरों ना अपने आप को साफ कर, अंदर जो है उस अकाल पुरख की विचार लिया। बाहरों साफ करना उस हाथी की तरह है जिहड़ा अपने उत्ते पानी भी सुटदा है, कीचड़ भी सुट्टी जाता है। ते सारियां नूं पता है जदों सूरज चढ़ जाए फिर रात नहीं रुकदी, फिर रात ठहरदी नहीं, अंधेरा नहीं ठहरदा, अंधेरे दा विनाश हो जाता है। इस करके भाई उस परमात्मा रूपी सूरज दे नाल जुड़, तेरा अज्ञानता दा अंधेरा दूर हो जाएगा। सारियां नूं पता है जे पारस नूं छू लवे तांबा ते फिर सोना बनदियां समा नहीं लगदा। असीं गुरु पारस दे नाल जुड़ीए, उहनूं छूईए, परमात्मा नाल जुड़ीए, तां कहंदे सानू सोना बनदिया समा नहीं लगेगा। ये भगत जी समझा रहे हैं, ये उन्हां दा फलसफा है जो सानू समझाया गया। ते सानू जो है ये गल्लां समझा के सच करके धर्मी बनाउण दा यतन कीता। उन्हां दे अखीरले समय दे बारे विच विप्रवाद ने बहुत वड्डा पर्दा पाउण दा यतन कीता, पर जिन्ने को विद्वान ने जिन्हां ने खोज कीती है उन्हां अनुसार रविदास छतरी चित्तौड़गढ़ के किले के अंदर है एक साजिश के तहत भगत रविदास जी नूं अत दे तसीहे दे के शहीद किया गया। जिहड़ी एक साखी है ना कि उन्होंने जो जनेऊ का पूछा गया राजे ने, तो उन्होंने अपनी जो सी ला के जिहदे नाल जुत्ती जो सी कटिया करते सन चमड़ा, उन्होंने ला के अंदरों जनेऊ सनेऊ सोने का दसिया। असल विच उन्होंने उसे आर दे नाल उन्होंने तसीहे दे के शहीद किया गया। ये वास्ते बहुते विद्वानों का मेरे को समा नहीं, मैं उन्होंने सारियां दा नाम लै लवां कि जिन्हां ने इस गल नूं लिखिया है कि उन्होंने तसीहे दिते गए। तसीहे देने का कारण की सी कि समय का ब्राह्मण उन्होंने अपने रस्ते दे विच रुकावट समझ रहा सी। कल्ला ब्राह्मण कुछ नहीं सी कर सकिया, उसने राज दरबार दे नाल जो सी गंढ तुप कीती, क्योंकि ब्राह्मण के सामने ये सिद्धांत सी कि नीच जात जो धर्म की गल नहीं कर सकता, ते धर्म की गल वो भगत रविदास जी कर रहे सन। उहदे सामने ये सिद्धांत सी कि जो औरत है उसनूं गुरु दीख्या नहीं दी जा सकती, वो धर्म की गल नहीं कर सकती। वो मनो सिमरतियां जो सन कह रही सन, वो गल भगत रविदास जी कर रहे सन। मीराबाई, ये एक वड्डा लेख जो है इतिहासक पक्ष है। मीराबाई कौन सी,
फिर वो चित्तौड़ का राजा जो सी उस वेले का, वो पहला उसका पति सोहरा मारिया गया, पति मारिया गया, ਉਹਦਾ देवर जो राजा बनया तो उस वेले वो गंढ तुप करके उत्थे ਜਿਹੜੇ फौजदार लोग सन उन्हां नाल ब्राह्मणां ने गंढ तुप करके भगत रविदास जी ਨੂੰ अत दे तसीहे दे के शहीद करवाया ताकि इन्हां दी आवाज ਨੂੰ बंद किया जाए। पर बदकिस्मती ये है कि शरीरक तौर ते उत्ते उन्हां ਨੂੰ मार दिता गया। अज उन्हां दी जो विचारधारा है उन्हां दे मन्नण हारे उन्हां ਨੂੰ मार रहे हैं। अज उस उन्हां ਦੀਆਂ मूर्तियां बना के पूजियां जा रही ने, उसे वड्डे समाज का हिस्सा वो अपने आप को मन रहे हैं। मैं बेनती करांगा कि असीं भी उपराला करना चाहिए सी, क्योंकि मैं जिन्ने भी खोज पत्र भगत रविदास जी के उत्ते पढ़े ने ना, वो सारे लोग जो ने वो दूजे ने, सिख नहीं। तो दूजिया लोगों ने जिन्होंने खोज पत्र किते ने, जो उन्होंने उत्ते स्टडी की, उन्हों की मनशा ते विचारधारा ये सी कि वो किसी तरीके दे नाल भगत रविदास जी ਨੂੰ ब्राह्मण साबित कर लैन ते सिੱਖੀ ਦੇ ਨਾਲ ਉਹਨਾਂ ਨੂੰ ਤੋੜ ਦਿੱਤਾ ਜਾਵੇ। ਅਤੇ ਉਹਨਾਂ ਦਾ ਸਿੱਖੀ ਦੇ ਨਾਲ ਗੂੜਾ ਸੰਬੰਧ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਬਾਣੀ ਹੈ, ਜਿਹਦੇ ਕਾਰਨ ਇਹ ਸੰਬੰਧ ਟੁੱਟ ਨਹੀਂ ਸੀ ਸਕਦਾ। 1920 ਦੇ ਅੰਦਰ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਮੁਹਿੰਮ ਚਲਾਈ ਗਈ, ਜਿਸ ਮੁਹਿੰਮ ਦਾ ਇਸ ਵੇਲੇ ਮੇਰੇ ਦਿਮਾਗ ਦੇ ਅੰਦਰ ਖਿਆਲ ਨਹੀਂ ਆ ਰਿਹਾ, ਉਹਦਾ ਇੱਕ ਸਪੈਸ਼ਲ ਨਾਂ ਦਿੱਤਾ ਗਿਆ ਸੀ ਕਿ ਦਲਿਤ ਭਾਈਚਾਰੇ ਦੇ ਅੰਦਰ, ਰਵਿਦਾਸੀਆਂ ਦੇ ਅੰਦਰ ਇੱਕ ਭੁਲੇਖਾ ਖੜਾ ਕੀਤਾ ਜਾਵੇ ਕਿ ਤੁਸੀਂ ਸਿੱਖ ਨਹੀਂ ਹੋ। ਜਿਹੜੇ ਤਾਂ ਅੰਮ੍ਰਿਤਧਾਰੀ ਸਨ ਉਹਨਾਂ ਦੇ ਅੰਦਰ ਵੀ ਇਹ ਚੀਜ਼ ਪਾਉਣ ਦਾ ਯਤਨ ਕੀਤਾ, ਜਿਹੜੇ ਕੇਵਲ ਕੇਸ ਰੱਖ ਰਹੇ ਸਨ, ਅੰਮ੍ਰਿਤਧਾਰੀ ਨਹੀਂ ਸਨ, ਉਹਨਾਂ ਦੇ ਅੰਦਰ ਵੀ ਭੁਲੇਖਾ ਖੜਾ ਕਰਨ ਦਾ ਯਤਨ ਕੀਤਾ। ਤੇ ਜਿਨ੍ਹਾਂ ਨੇ ਹਾਲਾਂ ਕੇਸ ਨਹੀਂ ਸਨ ਰੱਖੇ, ਜਿਨ੍ਹਾਂ ਨੂੰ ਆਮ ਕਰਕੇ ਸਹਿਜਧਾਰੀ ਮੰਨਿਆ ਜਾਂਦਾ ਸੀ, ਲੇਕਿਨ ਉਹ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਯਾਈ ਮੰਨਦੇ ਸਨ ਕਿ ਇੱਥੇ ਭਗਤ ਜੀ ਦੀ ਬਾਣੀ ਹੈ, ਉਹਨਾਂ ਦੇ ਅੰਦਰ ਵੀ ਭੁਲੇਖਾ ਖੜਾ ਕਰਨ ਦਾ ਯਤਨ ਕੀਤਾ। ਜਿੰਨੇ ਖੋਜਕਰਤਾ ਲੋਕੀ ਨੇ, ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਹੈ ਕਿ ਜੋ ਪੰਜਾਬ ਦੇ ਅੰਦਰ ਉੱਚ ਜਾਤੀ ਲੋਕੀ ਨੇ, ਉਹਨਾਂ ਨੇ ਬਹੁਤ ਵੱਡਾ ਵਿਤਕਰਾ ਰਵਿਦਾਸ ਭਾਈਚਾਰੇ ਨਾਲ ਕੀਤਾ, ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਦੇ ਨਾਲ ਛੂਆ-ਛਾਤ ਕਰਦੇ ਨੇ। ਇਹ ਬਿਲਕੁਲ ਝੂਠ ਹੈ। ਜਦੋਂ ਅਸੀਂ ਆਮ ਕਰਕੇ ਦੇਖੀਏ, ਕਿਸੇ ਇੱਕ ਦੋ ਥਾਵਾਂ ਦੇ ਉੱਤੇ ਇਹ ਚੀਜ਼ਾਂ ਹੋ ਸਕਦੀਆਂ ਨੇ। ਕੋਈ ਵੱਡਾ ਆਪਣੇ ਆਪ ਨੂੰ ਵੱਡਾ ਕਹਾਉਣ ਵਾਲਾ, ਹੁਣ ਵੱਡਿਆਂ ਦੇ ਵਿੱਚ ਤਾਂ ਜਿਹੜੇ ਹਿੰਦੂ ਲੋਕੀ ਨੇ ਉਹ ਵੀ ਤਾਂ ਉਹਨਾਂ ਨਾਲ ਰੱਜ ਕੇ ਨਫ਼ਰਤ ਕਰਦੇ ਨੇ, ਲੇਕਿਨ ਉਹਨਾਂ ਨੂੰ ਨਹੀਂ ਪ੍ਰਚਾਰਿਆ ਜਾਂਦਾ। ਸਿੱਖੀ ਨੂੰ ਹੀ ਪ੍ਰਚਾਰਿਆ ਜਾਂਦਾ, ਕਾਰਨ ਕਿ ਸਿੱਖੀ ਦੇ ਨਾਲ ਇਹਨਾਂ ਨੂੰ ਤੋੜਿਆ ਜਾਵੇ। ਉਸੇ ਕਰਕੇ 1920 ਦੇ ਅੰਦਰ ਇੱਕ ਦਿੱਲੀ ਦੇ ਅੰਦਰ ਇਹਨਾਂ ਦਾ ਡੇਰਾ ਤੇ ਇੱਕ ਜੋ ਬੱਲਾ ਵਾਲਾ ਡੇਰਾ ਸੀ ਪੰਜਾਬ ਦਾ, ਉਹ ਹੋਂਦ ਦੇ ਅੰਦਰ ਆਉਂਦੇ ਨੇ। ਕਾਰਨ ਕੀ ਸੀ ਕਿ ਇਸ ਭਾਈਚਾਰੇ ਨੂੰ ਸਿੱਖੀ ਦੇ ਨਾਲੋਂ ਤੋੜ ਦਿੱਤਾ ਜਾਵੇ। ਤੇ ਉਹਦੇ ਵਾਸਤੇ ਇਹ ਜੋ ਸਨ ਵਿਉਂਤਬੰਦੀਆਂ ਕੀਤੀਆਂ ਗਈਆਂ, ਜਿਹਦੇ ਕਾਰਨ ਉਹਨਾਂ ਨੇ ਆਪਣੇ ਆਸ਼ਰਮ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਗੁਰਦੁਆਰਾ ਰਵਿਦਾਸ, ਹਾਲਾਂਕਿ ਗੁਰਦੁਆਰਾ ਸਿਰਫ ਸਿੱਖੀ ਦੇ ਨਾਲ ਸੰਬੰਧਿਤ ਅੱਖਰ ਸੀ, ਹੋਰ ਕਿਸੇ ਧਰਮ ਦੇ ਨਾਲ ਨਹੀਂ ਸੀ। ਤੇ ਉਹ ਮੰਦਰਾਂ ਦੀ ਸ਼ਕਲ ਦੇ ਟੋਂਬ ਲਾ ਕੇ ਉਹਨੂੰ ਗੁਰਦੁਆਰਾ ਪ੍ਰਚਾਰਨ ਲੱਗੇ ਕਿ ਲੋਕਾਂ ਦੇ ਅੰਦਰ ਭੁਲੇਖਾ ਬਣਿਆ ਰਵੇ। ਤੇ ਸਾਡੇ ਵਿੱਚੋਂ ਇਹਨਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ। ਜਿਤਨੇ ਲੋਕੀ ਇਹਦੇ ਉੱਤੇ ਰਿਸਰਚ ਕਰਨ ਵਾਲੇ ਸਨ ਉਹ ਦੂਜੇ ਸਨ। ਸਾਡਿਆਂ ਨੇ ਰਿਸਰਚ ਨੂੰ ਤਰਜੀਹ ਨਹੀਂ ਦਿੱਤੀ ਇਸ ਚੀਜ਼ ਨੂੰ, ਤੇ ਉਹਨਾਂ ਨੇ ਜੋ ਲਿਖਿਆ ਕਿ ਭਾਈ ਸਿੱਖਾਂ ਨੇ ਇਹਨਾਂ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਹੈ, ਬਹੁਤ ਵੱਡਾ ਧੋਖਾ ਕੀਤਾ, ਜਦੋਂ ਕਿ 99% ਗੁਰੂ ਘਰਾਂ ਦੇ ਅੰਦਰ ਕਿਸੇ ਕਿਸਮ ਦਾ ਵਿਤਕਰਾ ਨਹੀਂ। ਚਲੋ ਮੈਂ ਗਲਤ ਹੋ ਸਕਦਾ, 2% ਹੋਰ ਘਟਾ ਲਓ, ਕਿਤੇ ਕੋਈ ਵਿਤਕਰਾ ਨਹੀਂ। ਸਾਂਝੀ ਸੰਗਤ 'ਚ ਬਹਿ ਸਕਦੇ ਨੇ, ਸਾਂਝੇ ਸਰੋਵਰ 'ਚ ਇਸ਼ਨਾਨ ਕਰ ਸਕਦੇ ਨੇ, ਗੁਰਬਾਣੀ ਪੜ੍ਹ ਸਕਦੇ ਨੇ, ਲੰਗਰ ਛਕ ਸਕਦੇ ਨੇ, ਪ੍ਰਸ਼ਾਦ ਬਰਾਬਰ ਦਾ ਲੱਭਦਾ। ਕੋਈ ਇੱਕ ਮਾੜੀ ਘਟਨਾ ਹੋਵੇ ਉਹਨੂੰ ਤਾਂ ਨਹੀਂ ਨਾ ਇੰਨਾ ਪ੍ਰਚਾਰਿਆ ਜਾ ਸਕਦਾ। ਲੇਕਿਨ ਇਹ ਸਾਡੇ ਨਾਲੋਂ ਤੋੜਨ ਦਾ ਇੱਕ ਯਤਨ ਸੀ, ਤੇ ਅਸੀਂ ਵੀ ਸੁਚੇਤ ਨਹੀਂ ਹੋ ਸਕੇ, ਉਹਨਾਂ ਨੂੰ ਸਮਝਾ ਨਹੀਂ ਸਕੇ ਕਿ ਨਹੀਂ ਭਾਈ ਤੁਸੀਂ ਸਾਡਾ ਹਿੱਸਾ ਹੋ। ਅਸੀਂ ਵੀ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਨਹੀਂ ਲੈ ਸਕੇ, ਤੇ ਪੋਲੀਟੀਕਲ ਮੋਟਿਵ ਨੂੰ ਨਾਲ ਰੱਖ ਕੇ ਲੋਕਾਂ ਨੇ ਉਸ ਭਾਈਚਾਰੇ ਨੂੰ ਸਾਡੇ ਨਾਲ ਤੋੜਨ ਦਾ ਯਤਨ ਕੀਤਾ। ਮੈਂ ਕਈ ਵਾਰ ਪੜ੍ਹਦਾ ਕਿ ਉਹਨਾਂ ਦੀਆਂ ਗੱਡੀਆਂ ਪਿੱਛੇ ਲਿਖਿਆ ਲੱਭਦਾ ਹੈ, ਪੁੱਤ ਚਮਾਰਾਂ ਦੇ। ਉਹਨਾਂ ਨੂੰ ਸੁਨੇਹਾ ਦਈਏ, ਚਮਾਰਾਂ ਨੂੰ ਕਿਸੇ ਨੇ ਸਤਿਕਾਰ ਨਹੀਂ ਦਿੱਤਾ। ਇਹ ਗੁਰੂ ਕਲਗੀਧਰ ਸੀ ਜਿਨ੍ਹਾਂ ਨੇ ਇਹ ਸਤਿਕਾਰ ਦਿੱਤਾ ਸੀ। ਗੁੱਜਰ ਲੋਹਾਰ ਅਹੀਰ ਕਮਜਾਤ, ਕੰਬੋ ਸ਼ੂਦਰ ਨਾ ਕੋ ਪੁੱਛੇ ਬਾਤ, ਸੈਣੀ ਸੁਨਿਆਰੇ ਚੂੜੇ ਚਮਿਆਰ, वो रुपये लुबाने और कमयार, पाटो ब्राह्मण हुए मंगवार, इन गरीब सिखन को दियो पातशाही याद करें हमारी बुराई। क्या मेरे चमार वीरो, तुहाडे सिर दे उत्ते दस्तार होवेगी, तुहाडे दाड़े होणगे, तुहाडे गल दे विच किरपाना होणगीਆਂ ਜਾਂ केवल सिक्खी स्वरूप होवेगा। दुनिया का कोई भी कोना होवेगा, तुहानूं सरदार जी करके बुलाया जावे। दुनिया ਦੀਆਂ ਬਾਦਸ਼ਾਹੀਆਂ ਤੁਹਾਨੂੰ ਨਮਸਕਾਰਾਂ ਕਰਨਗੀਆਂ, ਲੇਕਿਨ ਜਦੋਂ ਵੀ ਤੁਸੀਂ ਪ੍ਰਗਟ ਕਰੋਗੇ ਤੁਸੀਂ ਚਮਾਰ ਹੋ, ਤੇ ਫਿਰ ਅੱਜ ਦੇਖ ਲਓ पग बद्धी किसी ने, चमड़ी समेत केस उतार दिते अगलियां ने। घोड़ी दे उत्ते बहना सी विआह ते जाके दरख्वास्तां देंदा फिरदा है, आफिसर होके भी कि मैनूं उच्च जाती है बैठन नहीं देंदे घोड़ी ते नीच जात दी बच्ची दा बलात्कार करके यूपी दी धरती दे उत्ते अद्धी रात लाश साड़ के खुर्द-मुर्द कर दित्ती। ते मैं पहला बेनती कर चुकिया कि राष्ट्रपति नूं मंदिर दे अंदर नहीं जाण दित्ता। इस करके आओ उन्हां नूं असीं समझाइए, सुनिया दईए, अपनी जिम्मेवारी निभाइए, वो भी सुचेत होवन, वो
ਗੁਰੂ ਪਾਤਸ਼ਾਹ ਨੇ ਜੋ ਭਗਤ ਜੀ ਦੀ ਬਾਣੀ ਜੋ ਅਥੈਂਟਿਕ ਸਾਡੇ ਕੋਲ ਆ, ਬਾਕੀ ਉਹ ਜੋ ਮਰਜ਼ੀ ਅੱਜ ਲਿਖ ਲੈਣ, ਉਹ ਸਾਰੀਆਂ ਮਿਲਾਵਟਾਂ ਨੇ, ਕੇਵਲ ਉਹਨਾਂ ਨੂੰ ਤੋੜਨ ਵਾਸਤੇ ਆਓ ਜੇ ਹੀਲੇ ਨੇ। ਸੋ ਕੋਸ਼ਿਸ਼ ਕਰੀਏ ਅਸੀਂ ਆਪਣਾ ਬੰਦਾ ਕਿਰਦਾਰ ਫਰਜ਼ ਨਿਭਾਈਏ। ਇੱਕ ਵਾਰ ਫੇਰ ਭਗਤ ਜੀ ਦੇ ਇਸ ਦਿਹਾੜੇ ਦੇ ਉੱਤੇ ਆਪ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਮੇਰਾ 10 ਮਿੰਟ ਸਮਾਂ ਲਗਭਗ ਫालतू ਹੋ ਗਿਆ, ਮੈਂ ਜ਼ਰੂਰ ਖਿਮਾ ਮੰਗਾਂਗਾ ਕਿਉਂਕਿ ਵਿਸ਼ਾ ਵੀ ਲੰਬਾ ਸੀ, ਅੱਜ ਕੱਲ ਦੇ ਹਾਲਾਤ ਵੀ ਸਾਹਮਣੇ ਸਨ। ਇਸ ਕਰਕੇ ਬੇਨਤੀ ਕਰਾਂਗਾ ਕਿ ਅਪਰੈਸਡ ਐਂਡ ਡਿਪਰੈਸਡ ਦੇ ਕਿਤਾਬ ਦੇ ਲਿਖਾਰੀ ਨੇ ਬੜੀ ਗੱਲ ਸੁੰਦਰ ਲਿਖੀ, ਅਸੀਂ ਸੁਣਿਆ, ਆਪਣੇ ਇਸ ਭਾਈਚਾਰੇ ਕੋਲ ਪਹੁੰਚਾਈਏ ਕਿ ਇਹ ਦੁਨੀਆ ਦੇ ਨੀਚ ਲੋਕੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਸਨਮਾਨ ਵਾਲਾ ਤੁਸੀਂ ਜੀਵਨ ਜੀਓ ਦੁਨੀਆ ਦੇ ਅੰਦਰ, ਬਗੈਰ ਦੇਰ ਕੀਤਿਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸੱਜ ਜਾਓ। ਫਿਰ ਤੁਹਾਨੂੰ ਕੋਈ ਲੁਹਾਰ, ਤਰਖਾਨ, ਚਮਾਰ, ਕਸਾਈ, ਨਾਈ ਨਹੀਂ ਕਵੇਗਾ, ਸਗੋਂ ਤੁਹਾਨੂੰ ਸਰਦਾਰ ਜੀ ਕਰਕੇ ਸਤਕਾਰਿਆ ਜਾਵੇਗਾ। ਇਹ ਸੁਨੇਹਾ ਅਸੀਂ ਹਰ ਇੱਕ ਨੂੰ ਦਈਏ। ਬੋਲਦਿਆਂ ਜ਼ਰੂਰ ਵੱਧ ਕਰ ਲਫ਼ਜ਼ ਨਿਕਲੇ ਹੋਣਗੇ, ਆਸ ਹੈ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਕਮਾਲ ਦੀ ਉਹਨਾਂ ਦੇ ਹੈ ਵੀ ਅਕਾਲ ਪੁਰਖ ਦੀ ਹੋਂਦ ਦੀ ਵਿਆਖਿਆ, ਉਹਨਾਂ ਦੀ ਪ੍ਰਭੂ ਦੇ ਨਾਮ ਸਿਮਰਨ, ਪ੍ਰਭੂ ਪ੍ਰੀਤ, ਸਿਮਰ ਦੀਆਂ ਬਰਕਤਾਂ, ਪਰਮ ਪਦ ਦੀ ਵਿਚਾਰ ਉਹਨਾਂ ਦੀ ਬਾਣੀ ਦਾ ਮੁੱਖ ਵਿਸ਼ਾ ਹੈ। ਪ੍ਰਭੂ ਪ੍ਰੀਤ ਨੂੰ ਉਹਨਾਂ ਨੇ ਸਭ ਤੋਂ ਸਰਵੋਤਮ ਦੱਸਿਆ ਹੈ। ਨਾਮ ਸਿਮਰਨ ਤੇ ਪ੍ਰਭੂ ਪਿਆਰਿਆਂ ਦੀ ਸੰਗਤ ਬੜੀ ਜ਼ਰੂਰੀ ਦੱਸੀ ਹੈ। ਇਹ ਵਿਕਾਰਾਂ ਤੋਂ, ਸੰਸਾਰ ਦੇ ਪਦਾਰਥਾਂ ਦੇ ਮੋਹ, ਮਾਇਆ ਦੀ ਤ੍ਰਿਸ਼ਨਾ, ਹੀਨ ਭਾਵਨਾ, ਦੁਬਦਾ, ਦੁੱਖ ਸੁੱਖ, ਹਰਕ ਸੋਗ ਦੇ ਪ੍ਰਭਾਵ ਨੂੰ ਖਤਮ ਕਰਦੀ ਹੈ, ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ, ਮਨੁੱਖ ਨੂੰ ਨਿਰਭਉ ਤੇ ਨਿਰਵੈਰ ਬਣਾਉਂਦੀ ਹੈ, ਜੀਵਨ ਮੁਕਤ ਅਵਸਥਾ ਤੇ ਪਹੁੰਚਾਉਂਦੀ ਹੈ। ਭਗਤ ਜੀ ਨੇ ਬ੍ਰਾਹਮਣਾਂ ਦੁਆਰਾ ਪ੍ਰਚਾਰੀ ਜਾਂਦੀ ਝੂਠੀ ਠਾਕਰਾਂ ਆਦਿ ਦੀ ਪੂਜਾ ਦੀ ਵਿਧੀ ਨੂੰ ਬਿਲਕੁਲ ਕੱਟ ਕੇ ਰੱਖ ਦਿੱਤਾ। ਆਪ ਜੀ ਅਨੁਸਾਰ ਅਸਲ ਪੂਜਾ ਤਾਂ ਪ੍ਰਭੂ ਨੂੰ ਤਨ ਮਨ ਤੇ ਮਨ ਅਰਪਣ ਕਰਨਾ ਹੈ, ਆਪਾ ਭਾਵ ਹਉਮੈ ਤਿਆਗ ਕੇ ਪੂਰੀ ਤਰ੍ਹਾਂ ਸਮਰਪਣ ਕਰਨਾ ਹੈ। ਜਿੱਥੇ ਆਪ ਨੇ ਪ੍ਰਭੂ ਨਾਲ ਸਾਂਝ ਪਾਉਣ ਦੀ ਪੂਰੀ ਅਵਸਥਾ ਪਰਮ ਪਦ ਦੀ ਵਿਆਖਿਆ ਕੀਤੀ, ਉੱਥੇ ਆਪ ਜੀ ਨੇ ਖੁਸ਼ਹਾਲ ਸਮਾਜ ਦਾ ਨਕਸ਼ਾ ਵੀ ਸਾਡੇ ਸਾਹਮਣੇ ਖਿੱਚਿਆ। ਨੈਤਿਕ ਤੇ ਦੇਵੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਭਗਤ ਜੀ ਨੇ ਆਪਣੇ ਸਾਰੇ ਸ਼ਬਦਾਂ ਦੇ ਵਿੱਚ ਕੀਤੀ ਹੈ। ਤਾਂ ਇੰਨਾ ਵਧੀਆ ਜੀਵਨ ਭਗਤ ਰਵਿਦਾਸ ਜੀ ਦਾ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦਾਂ ਤੋਂ ਮਿਲਦਾ ਹੈ, ਅਸੀਂ ਉਸ ਤੋਂ ਲਾਹਾ ਲਈਏ ਔਰ ਲਾਹਾ ਲੈ ਕੇ ਆਪਣੇ ਜੀਵਨ ਨੂੰ ਉਸ ਮਾਰਗ ਤੇ ਤੋਰੀਏ। ਮੈਂ